ਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਦਾਸ ਗੁਣ ਗਾਵਾਂ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਨਾਸ਼ਕ ਬਿਗਨਨ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਿੰਘ ਵਿਸਾਲਾ ਤਰੁ ਤਰ ਪਰ ਪੁਨ 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 ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਦੇਖਿਓ ਸੰਗਰ ਅਤਿਸ਼ੈ ਮਾਚੇ ਔਰ ਆਨੰਦ ਰਾਚੇ ਗੁਰ ਸਾਚੇ ਸੂਰਨ ਕੇ ਮੁਖ ਉਗਰਤ ਲਾਲੀ ਹਤੈ ਰਤਨ ਧਰ ਧਰ ਵਿਸਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਖੁੱਲੇ ਮੈਦਾਨ ਨਿਰਮੋਹ ਦੇ ਜੰਗਲ ਵਿੱਚ ਆ ਗਏ, ਜਿੱਥੇ ਕਿ ਪਹਾੜੀਆਂ ਨੇ ਮਗਰੋਂ ਹਮਲਾ ਕਰ ਦਿੱਤਾ ਪਰ ਮੂੰਹ ਦੀ ਖਾਣੀ ਪਈ, ਨੁਕਸਾਨ ਕਰਾ ਕੇ ਭੱਜ ਗਏ ਕਿਉਂਕਿ ਦਿਨ ਛਿਪ ਗਿਆ, ਜੰਗ ਬੰਦ ਹੋ ਗਈ। ਔਰ ਦੂਸਰੇ ਦਿਨ ਇਹਨਾਂ ਕੋਲ ਵਜੀਦਾ ਜਿਹੜਾ ਹੈ ਸਰਹੰਦ ਵਾਲਾ ਫੌਜ ਲੈ ਕੇ ਪਹੁੰਚ ਗਿਆ। ਹੁਣ ਇਹਨਾਂ ਨੂੰ ਖੁਸ਼ੀ ਹੋਈ ਵੀ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜ ਲਵਾਂਗੇ। ਫਿਰ ਅਗਲੇ ਦਿਨ ਇਹਨਾਂ ਨੇ ਵਜੀਦੇ ਨੂੰ ਨਾਲ ਲੈ ਕੇ ਸਤਿਗੁਰਾਂ 'ਤੇ ਹਮਲਾ ਕੀਤਾ, ਪਰ ਰਾਤ ਨੂੰ ਸਤਿਗੁਰਾਂ ਨੇ ਐਸੀ ਵਿਉਂਤਬੰਦੀ ਬਣਾਈ, ਐਸੀ ਮੋਰਚਾਬੰਦੀ ਕੀਤੀ। ਸਤਿਗੁਰੂ ਆਪ ਸਾਰੇ ਸਿੰਘਾਂ ਦੇ ਵਿਚਾਲੇ ਸੈਂਟਰ ਦੇ ਵਿੱਚ ਇੱਕ ਉੱਚੀ ਟਿੱਬੀ ਤੇ ਬੈਠੇ ਆ, ਜਿਹਨੂੰ ਅਸੀਂ ਨਿਰਮੋਹ ਦਾ ਅਸਥਾਨ ਕਹਿੰਦੇ ਆ। ਅਨੰਦਪੁਰ ਸਾਹਿਬ ਤੋਂ ਅਤੇ ਸਰਸਾ ਤੋਂ ਵਿਚਾਲੇ ਜੇ ਕਰਕੇ ਇੱਥੇ 2 ਦਿਨ ਪਾਤਸ਼ਾਹ ਰੁਕੇ ਨਾ। ਔਰ ਟਿੱਬੀ ਤੇ ਸਤਿਗੁਰੂ ਬੈਠ ਕੇ ਸਾਰੀ ਜੰਗ ਦਾ ਨਿਰੀਖਣ ਕਰਦੇ ਆ ਅਤੇ ਸਿੰਘਾਂ ਦੇ ਮੋਰਚੇ ਆਪਣੇ 4 ਛਪੇਰੇ ਗੋਲ ਘੇਰੇ ਨਾਲ ਬਣਵਾ ਦਿੱਤੇ, ਕਿਉਂਕਿ ਦੁਸ਼ਮਣ ਨੇ ਕੋਸ਼ਿਸ਼ ਕਰਨੀ ਹੈ ਗੁਰੂ ਸਾਹਿਬ ਨੂੰ ਘੇਰਾ ਪਾਉਣ ਦੀ। ਤੇ ਜਦ ਗੁਰੂ ਸਾਹਿਬ ਵੱਲ ਆਉਣਗੇ ਤੇ ਅੱਗੋਂ ਸਿੰਘਾਂ ਨੇ ਫਿਰ ਇਹਨਾਂ ਨੂੰ ਤਾੜ-ਤਾੜ ਕਰਕੇ ਭੁੰਨ ਦੇਣਾ। ਤੇ ਇਦਾਂ ਹੀ ਹੋਇਆ। ਤੁਰਕਾਂ ਦੀਆਂ ਬੇਅੰਤ ਫੌਜਾਂ ਮਾਰੀਆਂ ਗਈਆਂ, ਪਰ ਤੁਰਕਾਂ ਦੀ ਘੋੜ ਸਵਾਰ ਫੌਜ, ਪੈਦਲ ਸਵਾਰ ਫੌਜ ਸਿੰਘਾਂ ਤੋਂ ਅੱਗੇ ਨਾ ਲੰਘ ਸਕੀ। ਫਿਰ ਦਿਨ ਛਿਪ ਗਿਆ, ਰਾਤ ਪੈ ਗਈ ਔਰ ਵਜੀਦਾ ਬੜਾ ਦੁਖੀ ਜਾ ਹੋਇਆ, ਨਿੰਮੋ ਝੂਣਾ ਹੋਇਆ ਵੀ ਯਾਰ ਇਹ ਗੁਰੂ ਸਾਹਿਬ ਕਿਸ ਤਰ੍ਹਾਂ ਲੜਦੇ ਹਨ, ਸਮਝ ਨਹੀਂ ਆਉਂਦੀ। ਸਾਡੀ ਫੌਜ ਅੱਗੇ ਨਹੀਂ ਵੱਧ ਸਕੀ। ਭੀਮ ਚੰਦ ਵਰਗਿਆਂ ਨਾਲ ਲੜਦਾ ਵੀ ਆ ਕਿ ਤੁਸੀਂ ਬਿਨਾਂ ਕਿਸੇ ਕਾਰਨ ਮੇਰੀ ਇਤਨੀ ਫੌਜ ਤੇ ਘੋੜੇ ਮਰਵਾ ਦਿੱਤੇ। ਭੀਮ ਚੰਦ ਵਰਗਿਆਂ ਨੂੰ ਪੁੱਛਦਾ ਤੁਸੀਂ ਲੜਦੇ ਕਿਉਂ ਹੈ, ਤੇ ਉਹਨਾਂ ਨੇ ਐਵੇਂ ਬਹਾਨੇ ਜੇ ਬਣਾ ਕੇ ਦੱਸਿਆ ਵੀ ਆਹ ਗੱਲ ਹੈ, ਅਸੀਂ ਇਸ ਕਰਕੇ ਲੜਦੇ ਆ। ਖੈਰ ਕਹਿੰਦੇ ਨਾਲੇ ਵੀ ਤੁਸੀਂ ਨਾ ਕੱਲ ਨੂੰ ਆਪਾਂ ਹਮਲਾ ਕਰਾਂਗੇ ਔਰ ਇਕੱਠੇ ਹੋ ਕੇ ਆਪਣਾ ਤਕੜਾ ਜਿਹਾ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਲਵਾਂਗੇ। ਤੇ ਹੁਣ ਗੁਰੂ ਪਿਆਰਿਓ ਇਸ ਤਰ੍ਹਾਂ ਜਦੋਂ
ਘਮਸਾਨ ਦਾ ਜੰਗ ਮਚ ਰਿਹਾ। ਕੱਲ ਆਪਾਂ ਜੰਗ ਦੀ ਸਮਾਪਤੀ ਕਰਤੀ ਸੀ, ਭਾਵ ਦਿਨ ਛਿਪ ਗਿਆ ਸੀਗਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫੌਜਾਂ ਨੇ ਬੇਅੰਤ ਇਹਨਾਂ ਦੀਆਂ ਫੌਜਾਂ ਦਾ ਘਾਣ ਕੀਤਾ, ਪਰ ਇਹ ਗੁਰੂ ਸਾਹਿਬ ਦੇ ਨੇੜੇ ਨਹੀਂ ਪਹੁੰਚ ਸਕੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਸਰਸਾ ਦਰਿਆ ਦੇ ਵੱਲ ਨਦੀ ਵੱਲ ਚੱਲਦੇ ਹਨ। ਤੇ ਇਸ ਤਰ੍ਹਾਂ ਦੂਜੇ ਦਿਨ ਫਿਰ ਇਹਨਾਂ ਨੇ ਹਮਲਾ ਕੀਤਾ ਸਤਿਗੁਰਾਂ ਦੀ ਫੌਜ ਦੇ ਉੱਤੇ। ਗੁਰੂ ਕੀਆਂ ਫੌਜਾਂ ਫਿਰ ਇਹਨਾਂ ਨੂੰ 1.25 ਲੱਖ ਸੇ ਏਕ ਲੜਾਊ ਵਾਲੀ ਘਟਨਾ ਦੀ ਤਰ੍ਹਾਂ ਕੱਲਾ ਕੱਲਾ ਸਿੰਘ ਇਹਨਾਂ ਦੇ ਹਜ਼ਾਰਾਂ ਹੀ ਫੌਜੀਆਂ ਦਾ ਘੋੜਿਆਂ ਦਾ ਖਾਤਮਾ ਕਰ ਦਿੰਦਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵੀ ਤੀਰ ਕਮਾਨ ਦੇ ਬੜੇ ਨਿਸ਼ਾਨਚੀ ਹੈ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਕਿਆ ਕਹਿਣਾ, ਉਹਨਾਂ ਦਾ ਇੱਕ ਇੱਕ ਤੀਰ 3-3 4-4 5-5 ਫੌਜੀਆਂ ਦੇ ਵਿੱਚੋਂ ਦੀ ਲੰਘ ਜਾਂਦਾ, ਕਿਉਂਕਿ ਉਹਨਾਂ ਦਾ ਕਮਾਨ ਬੜਾ ਸਖਤ ਸੀ। ਔਰ ਜਦ ਉਸ ਕਮਾਨ ਨੂੰ ਹੋਰ ਕੋਈ ਖਿੱਚ ਨਹੀਂ ਸੀ ਸਕਦਾ, 9 ਟੱਕ ਦਾ ਕਮਾਨ, ਜਿਸ ਦੇ ਵਿੱਚੋਂ ਕਈ ਵਾਰ ਤਾਂ 2-2 ਤੀਰ ਪਾ ਕੇ ਜਦ ਖਿੱਚਦੇ ਸਨ ਤੇ ਉਹ ਤੀਰ ਇੱਕ ਫੌਜੀ ਵਿੱਚੋਂ ਟੱਪ ਕੇ ਦੂਜੇ ਚੋਂ ਟੱਪ ਕੇ ਤੀਜੇ ਚੌਥੇ ਵਿੱਚ ਜਾ ਕੇ ਖੜਦਾ ਸੀ। ਬੜਾ ਨੁਕਸਾਨ ਕਰਾਇਆ ਇਹਨਾਂ ਨੇ। ਅਗਲੇ ਜੰਗ ਦੇ ਦਿਨ ਘਮਸਾਨ ਦਾ ਜੰਗ ਜਿਹੜਾ ਅਗਲੇ ਦਿਨ ਹੋਇਆ, ਅੱਜ ਆਪਾਂ ਉਸ ਦੇ ਵਿਚਾਰ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦੇਖਿਓ ਸੰਗਰ ਅਤਸ਼ਾ ਮਾਚੇ ਔਰ ਆਨੰਦ ਰਾਜੇ ਗੁਰ ਸਾਜੇ। ਉਹ ਜੰਗ ਬੜਾ ਭਿਆਨਕ ਹੋ ਰਿਹਾ, ਪਰ ਗੁਰੂ ਸਾਹਿਬ ਨੂੰ ਕੋਈ ਫਿਕਰ ਨਹੀਂਗਾ। ਸਤਿਗੁਰੂ ਆਪਣੇ ਆਨੰਦ ਵਿੱਚ ਹਨ। ਜਿਵੇਂ ਕਿ ਉਹ ਆਪ ਕਹਿੰਦੇ ਆ, ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮੈਂ ਤਾਂ ਸੰਸਾਰ ਦੇ ਤਮਾਸ਼ੇ ਨੂੰ ਦੇਖਣ ਵਾਸਤੇ ਆਇਆ ਹਾਂ। ਤੋ ਵਾਕਿਆ ਹੀ ਜਿਸ ਤਰ੍ਹਾਂ ਸੰਸਾਰ ਇੱਕ ਫਿਲਮ ਨੂੰ ਦੇਖ ਕੇ ਖੁਸ਼ ਹੁੰਦਾ ਹੱਸਦਾ ਹੈ, ਤੇ ਪਾਤਸ਼ਾਹ ਨੂੰ ਵੀ ਇਹ ਇੱਕ ਤਮਾਸ਼ਾ ਲੱਗਦਾ ਹੈ। ਫੌਜਾਂ ਦਾ ਮਰਨਾ, ਗੁਰੂ ਪਿਆਰਿਓ ਜੰਗ ਹੋਣਾ, ਤੇ ਗੁਰੂ ਆਪਣੇ ਆਨੰਦ ਵਿੱਚ ਮਸਤ ਉਸੇ ਟਿੱਬੀ ਤੇ ਬੈਠੇ ਹਨ। ਸੂਰਨ ਕੇ ਮੁਖ ਉਦਰ ਦਲਾਲੇ ਹਤੈਰ ਪਣਤਾ ਧੀਰ ਬਸਾਲੇ। ਉਹ ਜਿਹੜੇ ਯੋਧੇ ਆ ਮੇਰੇ ਪ੍ਰੀਤਮ 10ਵੇਂ ਪਾਤਸ਼ਾਹ ਜੀ ਦੇ ਸਿੰਘ, ਉਹਨਾਂ ਦੇ ਚਿਹਰੇ ਲਾਲ ਹੋ ਰਹੇ ਆ, ਜੋਸ਼ ਵਿੱਚ ਆ ਰਹੇ ਆ, ਖੁਸ਼ੀਆਂ, ਕਿਉਂਕਿ ਖਾਲਸੇ ਨੂੰ ਜੰਗ ਦੇ ਨਾਲ ਵੀ ਬਹੁਤ ਪਿਆਰ ਹੈ। ਇਹ ਲਾਲਚ ਹੋ ਗੁਣ ਤੋਂ ਉਚਰੋ, ਪਰ ਜੰਗ ਦੇ ਮੈਦਾਨ ਵਿੱਚ ਵੀ ਪਰਮੇਸ਼ਰ ਨੂੰ ਨਹੀਂ ਛੱਡਦਾ। ਦੇਹ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬੋ ਨਾ ਡਰੋ, ਨਾ ਟਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ, ਔਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ, ਜਬ ਆਪ ਕੀ ਔਧ ਨਿਧਾਨ ਬਣੇ। ਸਮੇਂ ਤੋਂ ਪਹਿਲਾਂ ਕੋਈ ਮਾਰ ਨਹੀਂ ਸਕਦਾ, ਜਦ ਮੌਤ ਦਾ ਸਮਾਂ ਆ ਗਿਆ ਫਿਰ ਕੋਈ ਬਚਾ ਨਹੀਂ ਸਕਦਾ। ਆਪ ਕਹਿੰਦੇ ਆ ਪਾਣੀ ਨੂੰ, ਇਹ ਬਾਡੀ ਜਿਹੜੀ ਹੈ ਪਾਣੀ ਤੋਂ ਬਣੀ ਹੈ, ਭਾਵ ਜਦੋਂ ਇਹਦੀ ਉਮਰ ਵੱਡੀ ਹੋ ਗਈ, ਭਾਵ ਪੂਰੀ ਹੋ ਗਈ, ਜਦ ਆਪ ਕੀ ਔਧ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਾਰੋ। ਤੇ ਜੰਗ ਦੇ ਮੈਦਾਨ ਵਿੱਚ ਜੂਝਦਾ ਹੋਇਆ ਭਾਵੇਂ ਸ਼ਹੀਦੀਆਂ ਪਾ ਜਾਵਾਂ, ਪਰ ਮੈਂ ਚੰਗੇ ਕਰਮ ਕਰਦਾ ਰਹਾ। ਔਰ ਜੰਗ ਵੀ ਇੱਕ ਚੰਗੇ ਕਰਮ ਦਾ ਵੀ ਸਾਥ ਹੈ, ਸੱਚ ਦਾ ਵੀ ਸਾਥ ਹੈ। ਦੂਜੇ ਪਾਸੇ ਜਿਹੜਾ ਪਹਾੜੀਆਂ ਦਾ ਜੰਗ, ਤੁਰਕਾਂ ਦਾ ਜੰਗ, ਉਹ ਝੂਠ ਦਾ ਸਾਥ ਹੈ। ਇਸ ਕਰਕੇ ਗੁਰੂ ਕੀਆਂ ਫੌਜਾਂ ਜੰਗ ਦੇ ਵਿੱਚ ਬੜੀਆਂ ਖੁਸ਼ ਹਨ। ਜਾਹੋ ਜਲਾਲ ਚਿਹਰੇ ਤੇ ਲਾਲੀਆਂ, ਔਰ ਦੁਸ਼ਮਣਾਂ ਨੂੰ ਬੜੇ ਧੀਰਜ ਨਾਲ, ਜਿਵੇਂ ਕਿਸਾਨ ਕਣਕ ਨੂੰ ਵੱਢ ਵੱਢ ਕੇ ਥਬੀਆਂ ਪਾਉਂਦਾ ਹੈ, ਪਾ ਰਹੇ ਹਨ। ਜੋ ਗਰਵਨ ਮਾਰਤ ਦਿਲਕਾਰੀ, ਨਾਚਤ ਪ੍ਰੀਤ ਬਜਾਵਤ ਤਾਰੀ। ਔਰ ਜਿਵੇਂ ਇੱਕ ਸੀਨ ਵਿਖਾਇਆ ਭਾਈ ਸਾਹਿਬ ਨੇ, ਜੰਗ ਦਾ ਮੈਦਾਨ ਬੜਾ ਭਿਆਨਕ ਹੋ ਗਿਆ ਹੈ। ਜੋਗਣੀਆਂ ਡਾਕਣੀਆਂ ਜਿਹੜੀਆਂ ਖੂਨ ਪੀਂਦੀਆਂ ਮਨੁੱਖ ਦਾ ਕਹਿੰਦੇ, ਉਹ ਨੱਚਦੀਆਂ ਫਿਰਦੀਆਂ ਜੰਗ ਦੇ ਮੈਦਾਨ ਵਿੱਚ ਖੂਨ ਪੀਣੀਆਂ, ਔਰ ਕਿਲਕਾਰੀਆਂ ਚੀਕਾਂ ਮਾਰਦੀਆਂ ਰੱਜ ਰੱਜ ਕੇ। ਜਿਵੇਂ ਕਿਸੇ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਕੋਲ ਕਲਹ ਆਈ ਸੀ ਨਾਰਦ ਮੁਨੀ ਦੇ ਨਾਲ, ਮੂੰਹ ਟੱਡ ਕੇ ਸਤਿਗੁਰਾਂ ਦੇ ਵੱਲ ਆ ਰਹੀ ਸੀ। ਭਾਈ ਮਰਦਾਨਾ ਤੇ ਬਾਬਾ ਨਾਨਕ ਜੀ ਇੱਕ ਦਰਿਆ ਦੇ ਉੱਤੋਂ ਤੁਰਦੇ ਹੋਏ ਪਰਲੇ ਪਾਸੇ ਨੂੰ ਜਾ ਰਹੇ ਸੀ, ਤੇ ਕਲਹ ਇੱਧਰ ਨੂੰ ਆ ਰਹੀ ਸੀ ਇਹਨਾਂ ਦੇ ਵੱਲ। ਮਰਦਾਨਾ ਕਹਿੰਦਾ ਜੀ ਆਹ ਕੀ ਭਿਆਨਕ ਵਸਤੂ ਹੈ। ਬਾਬਾ ਜੀ ਕਹਿੰਦੇ ਹੈਗੀ ਕਲਹ। ਮਹਾਰਾਜ ਨੇ ਮੂੰਹ ਟੱਡਿਆ, ਕਹਿੰਦੇ ਆਪਾਂ ਨੂੰ ਖਾਣ ਵਾਸਤੇ ਆ ਰਹੀ ਆ, ਤੇ ਫਿਰ ਆਪਾਂ ਗਾਹਾਂ ਨੂੰ ਜਾਂਦੇ ਪੁੱਠੇ ਭੱਜੀਏ। ਬਾਬਾ ਕਹਿੰਦੇ ਪੁੱਠੇ ਭੱਜਿਆ ਵੀ ਇਹਨੇ ਜਾਣ ਨਹੀਂ ਦੇਣਾ, ਫੜ ਲੈਣਾ, ਤਾਂ ਤੇ ਸਿੱਧੇ ਹੀ ਚੱਲ। ਇੰਨੀ ਗੱਲ ਕਹਿ ਕੇ ਉੱਥੇ ਪਾਣੀ 'ਚ ਵਗਦਾ ਹੋਇਆ ਇੱਕ ਡੰਡਾ ਆ ਗਿਆ ਹੱਥ ਦਾ। ਪਾਤਸ਼ਾਹ ਨੇ ਚੱਕਿਆ ਤੇ ਉਹਦੇ ਵੱਲ ਵਗਾ ਕੇ ਮਾਰਿਆ।
ਉਹ ਡੰਡਾ ਇਸੇ ਨਿਸ਼ਾਨੇ ਨਾਲ ਮਾਰਿਆ ਕਿ ਡੰਡਾ ਉਹਦੇ ਮੂੰਹ ਦੇ ਵਿੱਚ ਏਦਾਂ ਫਸ ਗਿਆ, ਉੱਪਰਲਾ ਜਵਾੜਾ ਉੱਪਰ ਤੇ ਹੇਠਲਾ ਰਹਿ ਗਿਆ, ਮੂੰਹ ਬੰਦ ਨਾ ਹੋਵੇ। ਪਾਤਸ਼ਾਹ ਪਰਲੇ ਕਿਨਾਰੇ ਗਏ ਤੇ ਨਾਰਦ ਮੁਨੀ ਉਹਦੀ ਬਾਹ ਫੜ ਕੇ ਤੇ ਕਲਹ ਦੀ ਪਾਤਸ਼ਾਹ ਦੇ ਕੋਲ ਆ ਗਿਆ। ਪਾਤਸ਼ਾਹ ਕਹਿੰਦੇ ਓਏ ਆਹ ਕੀ ਰੂਪ ਧਾਰੀ ਹੈ, ਕੌਣ ਹੈ ਇਹ? ਕਹਿੰਦੇ ਜੀ ਇਹ ਕਲਹ ਹੈ। ਇਹ ਕੀ ਭਾਲਦੀ ਹੈ? ਕਹਿੰਦੇ ਜੀ ਖੂਨ ਭਾਲਦੀ ਹੈ। ਕਿਉਂ? ਕਹਿੰਦੇ ਜੀ ਇਹ ਭੁੱਖੀ ਹੈ ਬੜੇ ਲੰਬੇ ਸਮੇਂ ਤੋਂ। ਕਹਿੰਦੀ ਹੈ ਜਦੋਂ ਕੁਰਸ਼ੇਤਰ ਦਾ ਜੰਗ ਹੋਇਆ ਸੀ ਉਦੋਂ ਖੂਨ ਮਿਲਿਆ ਸੀ ਪੀਣ ਨੂੰ, ਉਦੋਂ ਬਾਅਦ ਕੋਈ ਜੰਗ ਹੀ ਨਹੀਂ ਹੋਇਆ। ਆਪਾਂ ਲੜਾਈ ਘਰੇ ਹੋ ਜੇ, ਕਿਸੇ ਨਾਲ ਲੜਾਈ ਹੋ ਜੇ ਤੇ ਲੜਾਈ ਵਿੱਚ ਵੀ ਖੂਨ ਹੀ ਖਤਮ ਹੁੰਦਾ ਨਾ, ਕਿਸੇ ਦਾ ਡੁੱਲ ਜਾਂਦਾ, ਕਿਸੇ ਦਾ ਲੜਾ ਕੇ ਮੱਚ ਜਾਂਦਾ, ਈਰਖਾ ਦੇ ਵਿੱਚ, ਲੜਾਈ ਦੁਸ਼ਮਣੀ ਵਿੱਚ। ਤੋ ਇਹ ਕਲਹ ਜਿਹੜੀ ਆ ਲੜਾਈ ਦਾ ਵੀ ਨਾਮ ਹੈ। ਇੱਥੇ ਕਲਾ ਦਾ ਇੱਕ ਸਰੂਪ ਖਿੱਚਦਾ ਸਾਖੀ ਦੇ ਵਿੱਚ। ਤੇ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਫਿਕਰ ਨਾ ਕਰ, ਤੈਨੂੰ ਖੂਨ ਪਿਆਵਾਂਗੇ। 6ਵੇਂ ਜਾਮੇ ਵਿੱਚ ਜਿੰਨਾ ਮਰਜ਼ੀ ਪੀ ਲਈ, ਫਿਰ 10ਵੇਂ ਜਾਮੇ ਵਿੱਚ ਤਾਂ ਪ੍ਰਣਾਲੀ ਚਲਾ ਦਿਆਂਗੇ ਖੂਨ ਦੇ। ਤੋ ਉਹ ਜਿਹੜੀ ਘਟਨਾ ਪਹਿਲੇ ਜਾਮੇ 'ਚ ਗੱਲਬਾਤ ਹੋਈ ਉਹ ਹੁਣ ਘਟ ਰਹੀ ਹੈ। ਇਸ ਕਰਕੇ ਭਾਈ ਸਾਹਿਬ ਜੀ ਨੇ ਉਹ ਸੀਨ ਨੂੰ ਇੱਥੇ ਪੇਸ਼ ਕੀਤਾ ਹੈ। ਕਹਿੰਦੇ ਇਉਂ ਜਿਹੜੀਆਂ ਜੋਗਣੀਆਂ ਡਾਕਣੀਆਂ ਕਲਹ ਆਦਿ ਖੂਨ ਪੀ ਕੇ ਕਲਕਾਰੀਆਂ ਮਾਰਦੀਆਂ ਹਨ। ਭਰ ਭਰ ਅੱਖਰ ਸ਼ਰੋਨਤ ਤੇਰੇ, ਪੀ ਲੇਤ ਡਕਾਰ ਵਡੇਰੇ। ਔਰ ਖੱਪਰ ਦੇ ਵਿੱਚ ਖੂਨ ਭਰ ਕੇ ਪੀ ਕੇ ਮਾਨੋ ਡਕਾਰ ਮਾਰਦੀਆਂ ਫਿਰਦੀਆਂ ਹਨ। ਗਿਰਦ ਬਿਰਦ ਆਮਿਖ ਕੋ ਖਾਏ, ਜੰਪਕ ਮਨ ਮੈਂ ਰਹਿ ਅਗਾਏ। ਔਰ ਬਹੁਤ ਸਾਰੇ ਮਾਸ ਖਾਣ ਵਾਲੇ ਜਾਨਵਰ, ਗਿਰਜਾਂ, ਕਾਂ, ਕੁੱਤੇ, ਗਿੱਦੜ ਆਦਿ, ਇਹ ਵੀ ਜੰਗ ਦੇ ਮੈਦਾਨ ਵਿੱਚ ਆ ਕੇ ਮਾਸ ਖਾ ਕੇ ਰੱਜ ਗਏ ਜੀ। ਧਾਰਨ ਖੇਤ ਬਦਾਰਨ ਜੋਏ, ਗਮਨੇ ਸੁਰਗ ਵਿਦਾਰਨ ਹੋਏ। ਇਸ ਤਰ੍ਹਾਂ ਭਿਆਨਕ ਰੂਪ ਦੇ ਵਿੱਚ ਰਣ ਭੂਮੀ ਜੰਗ ਦਾ ਮੈਦਾਨ ਬਣ ਗਿਆ ਹੈ। ਤੇ ਜਿਹੜੇ ਇਹਦੇ ਵਿੱਚ ਮਾਰੇ ਗਏ ਮਾਨੋ ਸਵਰਗਾਂ ਨੂੰ ਚਲੇ ਗਏ ਹਨ। ਸੂਰ ਬਰੇ ਹੋਰਨ ਮੁਖ ਦੂਰੇ, ਤੋ ਨ ਜਾਤ ਮਹਾਰਿਸ ਪੂਰੇ। ਔਰ ਮਾਨੋ ਜਿਹੜੇ ਸੂਰਮੇ ਹੇਕਾਂ ਡਾਹ ਕੇ ਮਰੇ ਆ, ਚਾਹੇ ਉਹ ਦੁਸ਼ਮਣ ਦੇ ਯੋਧੇ ਆ ਤੇ ਚਾਹੇ ਇਧਰੋਂ ਗੁਰੂ ਕੀਆਂ ਫੌਜਾਂ ਵਿੱਚੋਂ ਕੋਈ ਸਿੰਘ ਸ਼ਹੀਦ ਹੋਇਆ, ਕਹਿੰਦੇ ਮਾਨੋ ਇਹਨਾਂ ਨੂੰ ਮੌਤ ਰੂਪੀ ਹੂਰਾਂ ਵਰ ਕੇ ਲੈ ਗਈਆਂ ਹਨ। ਲੋਟ ਜ਼ਕੀਰਨ ਬਨ ਮੈਂ ਹੋਵਾ, ਫਿਰ ਤਰੁਣ ਸ਼ਰੋਣਤ ਕਹਿ ਜੈ ਜੋਵਾ। ਔਰ ਜਿਹੜਾ ਮੈਦਾਨ ਸੀ ਉਹ ਲੋਥਾਂ ਨਾਲ ਭਰ ਗਿਆ, ਲੋਥਾਂ ਖਿੰਡੀਆਂ ਪਈਆਂ, ਕਿਤੇ ਘੋੜੇ ਮਰੇ ਪਏ ਆ, ਕਿਤੇ ਜੋਧੇ ਮਰੇ ਪਏ ਨੇ। ਔਰ ਬਿਥਰਿਓ ਸ਼ਰੋਣਤ ਤੇ ਧਰਤੀ ਦੇ ਉੱਤੇ ਖੂਨ ਜਿਹੜਾ ਬੜਾ ਹੀ ਫੈਲਿਆ ਹੋਇਆ ਹੈ। ਕਹੋਂ ਕਹਾਂ ਲਗ ਰਣ ਕਮਸਾਨਾ, ਪਰੇ ਦੁਸ਼ਟ ਨਾਇਓ ਬੜ ਤਾਨਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਵਿਆਖਿਆ ਕਰਦੇ ਹੋਏ ਲਿਖਦੇ ਹਨ, ਮੈਂ ਜੰਗ ਦੇ ਮੈਦਾਨ ਦਾ ਹਾਲ ਤੁਹਾਨੂੰ ਕਿਆ ਦੱਸਾਂ, ਜਿਹਦੇ ਵਿੱਚ ਦੁਸ਼ਟਾਂ ਦਾ ਵੱਡਾ ਤਾਣਾ ਬਾਣਾ ਫੈਲਿਆ ਪਿਆ। ਕੋਈ ਕਿੱਧਰ ਨੂੰ ਮੂੰਹ ਹੈ, ਕਿਸੇ ਦੀ ਕਿਧਰੇ ਲੱਤ ਹੈ, ਔਰ ਕਈਆਂ ਦੀਆਂ ਲੱਤਾਂ ਵਾਹਾਂ ਵੱਡੀਆਂ ਕੜਛੀਆਂ ਦੀ ਤਰ੍ਹਾਂ ਖਿੰਡੀਆਂ ਪਈਆਂ ਹਨ। ਭਾਈ ਸਾਹਿਬ ਜੀ ਕਹਿੰਦੇ ਇਹੋ ਦੁਸ਼ਟਾਂ ਦਾ ਵੱਡਾ ਘਾਣ ਹੋਇਆ ਹੈ ਜੀ। ਕੁਛ ਬਸ ਚਲਿਓ ਨਾ ਦੁਸ਼ਮਨ ਹਾਰੇ, ਪਹੁੰਚਿਓ ਸਤਰਬ ਤੇਰ ਕਿਨਾਰੇ। ਇਹੋ ਦੁਸ਼ਮਨ ਜਿਹੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਦਾ ਹੋਇਆ ਹਾਰ ਗਿਆ ਹੈ। ਕੋਈ ਵਾਹ ਨਹੀਂ ਚੱਲਦੀ ਇਹਨਾਂ ਪਹਾੜੀਆਂ ਦੀ ਤੇ ਤੁਰਕਾਂ ਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਇਹਨਾਂ ਦੇ ਹੱਥ ਨਹੀਂ ਆ ਰਹੇ ਜੀ ਦੋਹਰਾ। ਸਤਰਬ ਸਲਤਾ ਕੋ ਨਿਕਟ ਪਰਿਓ, ਜਗ ਕੋ ਜੋਰ। ਇਸ ਤਰ੍ਹਾਂ ਗੁਰੂ ਪਿਆਰਿਓ ਤੜਕੇ ਦੂਸਰੇ ਦਿਨ ਫਿਰ ਜੰਗ ਸ਼ੁਰੂ ਹੋ ਗਿਆ ਔਰ ਬੜਾ ਜ਼ੋਰ ਕਮਸਾਨ ਦਾ ਜੰਗ ਹੋਣ ਲੱਗਿਆ। ਉਧਰੋਂ ਸਰਸਾ ਨਦੀ ਜਿਸ ਨੂੰ ਅਸੀਂ ਕਹਿੰਦੇ ਆ ਉਧਰ ਨੂੰ ਜਾ ਰਹੇ ਹਨ। ਬਰਖਾ ਸ਼ਸਤਰਨ ਕੀ ਪਰੈ, ਗੋਰਾ ਗੋਰੀ ਘੋਰ। ਔਰ ਗੁਰੂ ਪਿਆਰਿਓ ਸ਼ਸਤਰਾਂ ਦਾ ਮਾਨੋ ਵੀ ਪੈ ਰਿਹਾ ਹੈ, ਔਰ ਗੋਲੇ ਗੋਲੀਆਂ ਤੀਰ ਇਉਂ ਚੱਲ ਰਹੇ ਆ ਜਿਵੇਂ ਮਾਨੋ ਗੜਿਆਂ ਦੀ ਵਰਖਾ ਹੋ ਰਹੀ ਹੋਵੇ ਜੀ। ਰਿਸੇ ਵੀਰ ਜੁਟੇ, ਰਿਦੇ ਸੀਸ ਫੁੱਟੇ। ਰਿਸੇ ਵੀਰ ਜੂਟੇ, ਰਿਦੇ ਸੀਸ ਫੂਟੇ, ਤਫੰਗੇ ਤੜਾਕੇ ਸੋ ਗੋਰੀ ਸੜਾਕੇ। ਕਹਿੰਦੇ ਜਦੋਂ ਜੋਰੇ ਜੋਸ਼ ਵਿੱਚ ਆ ਗਏ ਗੁਰੂ ਪਿਆਰਿਓ, ਜੰਗ ਦੇ ਮੈਦਾਨ ਵਿੱਚ ਜੁਟ ਗਏ, ਕਿਸੇ ਦਾ ਢਿੱਡ ਫੁੱਟ ਗਿਆ, ਕਿਸੇ ਦੀ ਛਾਤੀ ਫੁੱਟ ਗਈ, ਔਰ ਜਿਹੜੀਆਂ ਬੰਦੂਕਾਂ ਤੜਾਕ ਤੜਾਕ ਕਰਕੇ ਚੱਲਦੀਆਂ ਤੇ ਸੜਕ ਕਰਕੇ ਗੋਲੀਆਂ ਨਿਕਲਦੀਆਂ ਤੇ ਦੁਸ਼ਮਣਾਂ ਦੇ ਢਿੱਡ ਵਿੱਚ
ਜਾ ਵੜਦੀਆਂ ਨੀ। ਚਲੇ ਤੀਰ ਤੀਖੇ ਬਗੀਚੇ ਸਰੀਖੇ, ਔਰ ਖਿੱਚ ਕੇ ਕਮਾਨ ਨੂੰ ਜਦ ਯੋਧੇ ਤੀਰਾਂ ਨੂੰ ਛੱਡਦੇ ਹਨ। ਕਰੇ ਪੁੰਜ ਹਿਲਾ ਮਹਾਰੌਰ ਮੇਲਾ, ਔਰ ਜਾ ਕਰਕੇ ਏਦਾਂ ਦੁਸ਼ਮਣਾਂ ਵਿੱਚੋਂ ਤੀਰ ਧਸ ਜਾਂਦੇ ਆ ਕਿਸੇ ਘੋੜੇ ਦੇ ਕਿਸੇ ਯੋਧੇ ਦੇ, ਜਿਵੇਂ ਸੱਪ ਖੱਡ ਵਿੱਚ ਵੜ ਜਾਂਦਾ ਹੈ ਜੀ। ਹਲਾ ਹਲ ਮਾਟੀ ਲਹੂ ਤੂਲ ਰਾਚੀ, ਔਰ ਬੜੇ ਹੀ ਜੋਸ਼ ਨਾਲ ਹਮਲਾ ਹੋਣ ਲੱਗਿਆ ਦੋਨੇ ਪਾਸਿਓਂ, ਤੁਰਕਾਂ ਵੱਲੋਂ ਪਹਾੜੀਆਂ ਵੱਲੋਂ ਵੀ ਤੇ ਗੁਰੂ ਕੀਆਂ ਫੌਜਾਂ ਵੱਲੋਂ ਵੀ। ਹਲਾ ਹੂਲ ਕੁਰਲਾਟ ਪਈ ਹੋਈ ਆ, ਫੜ ਲਓ ਓਏ ਮਾਰ ਲਓ ਓਏ, ਤੇ ਧੂੜਾਂ ਉਡਾ ਦਿੱਤੀਆਂ ਘੋੜਿਆਂ ਨੇ ਫੌਜੀਆਂ ਨੇ। ਭਈ ਲੋਟ ਪੋਥੇ ਬਿਨਾ ਪ੍ਰਾਣ ਥੋਥੇ, ਔਰ ਥੋਥੇ ਭਾਵ ਖਾਲੀ ਸਰੀਰ ਪਏ ਹਨ ਖਿੰਡੇ ਮੈਦਾਨ ਦੇ ਵਿੱਚ, ਜਿਨ੍ਹਾਂ ਵਿੱਚੋਂ ਪ੍ਰਾਣ ਨਿਕਲ ਚੁੱਕੇ ਹਨ। ਲੋਥਾਂ ਦੇ ਢੇਰ ਬਣ ਗਏ ਹਨ। ਮਾਸਪੁਰੀ ਵਿੱਚ ਆਖ ਮਸੋਲਾ, ਜਿਵੇਂ ਇਹ ਬਚਨ ਪਾਤਸ਼ਾਹ ਨੇ ਬਾਬੇ ਨਾਨਕ ਨੇ ਉਚਾਰਿਆ ਸੀਗਾ ਜਦੋਂ ਗੁਰੂ ਪਿਆਰਿਓ ਬਾਬਰ ਨੇ ਏਮਨਾਬਾਦ ਤੇ ਹਮਲਾ ਕੀਤਾ ਸੀ। ਉੱਥੋਂ ਦੇ ਜੰਗ ਦੇ ਮੈਦਾਨ ਦਾ ਨਕਸ਼ਾ ਉੱਥੇ ਵੀ ਮਾਸਪੁਰੀ ਬਣ ਗਈ ਸੀ, ਤੇ ਆ ਵੀ ਅੱਜ ਮਾਸਪੁਰੀ ਬਣ ਗਈ ਹੈ। ਲੋਥਾਂ ਹੀ ਲੋਥਾਂ ਪਈਆਂ ਹਨ। ਸੁਣੈ ਨਾ ਉਘਾਰੇ ਪਰੇ ਸੂਰ ਮਾਰੇ, ਔਰ ਜਿੱਧਰ ਨੂੰ ਅੱਖਾਂ ਖੋਲ ਕੇ ਵੇਖਦੇ ਹਨ ਜੋਧੇ ਹੀ ਜੋਧੇ ਮਰੇ ਪਏ ਹਨ ਸੂਰਮੇ। ਤਬੈ ਭੀਮ ਚੰਦਨ ਬਲੋ ਕੈ ਸੋ ਬੇਦਨ, ਜਦੋਂ ਭੀਮ ਚੰਦ ਨੇ ਆਪਣੀ ਫੌਜ ਵੱਲ ਦੇਖਿਆ ਤੇ ਉਧਰ ਸਾਹਮਣੇ ਆਪਣੀ ਮਰੀ ਹੋਈ ਫੌਜ ਵੱਲ ਦੇਖਿਆ। ਬੜੀ ਸੈਣ ਜਾਮੀ ਨਹੀਂ ਨਿਰਾਨੀ, ਹੈਰਾਨ ਹੁੰਦਾ ਵੀ ਸਾਡੇ ਕੋਲੇ ਗਿਣਤੀ 'ਚ ਫੌਜੀ ਵੱਧ ਹੈ, ਪਰ ਗੁਰੂ ਕੀਆਂ ਫੌਜਾਂ ਗਿਣਤੀ ਨਹੀਂ ਵੇਖਦੀਆਂ। ਲੜਨ ਵੇਲੇ ਗਿਣਤੀ ਨਹੀਂ ਵੇਖਦੇ ਗੁਰੂ ਕੇ ਜੋਧੇ। ਗੁਰੂ ਪਿਆਰਿਓ ਬਸ ਜੋਸ਼ ਵਿੱਚ ਆ ਕੇ ਤੇ ਹੋਸ਼ ਦੇ ਨਾਲ ਇੰਨੀ ਵੱਢ ਟੋਕ ਕਰਦੇ ਆ, ਜਿਵੇਂ ਪਹਿਲਾਂ ਤਾਂ ਦਾਤੀਆਂ ਨਾਲ ਵੱਢਿਆ ਕਰਦੇ ਸੀ ਨਾ ਕਣਕ ਨੂੰ ਜਾਂ ਬਰਸੀਨ ਵਗੈਰਾ ਨੂੰ। ਅੱਜ ਇੱਕ ਲੰਮਾ ਦਾਤ ਜਿਹਾ ਬਣਿਆ ਡੰਡੇ ਨਾਲ ਲੱਗਿਆ ਹੋਇਆ, ਖੜੇ ਖੜੇ ਵੱਢੀਦਾ। ਆ ਲੈ ਤੇਰੇ ਦੀ ਵੱਢ ਕੇ ਢੇਰ ਲਾ ਦਿੰਦੇ ਆ। ਏਦਾਂ ਹੀ ਯੋਧਿਆਂ ਨੇ ਗੁਰੂ ਪਿਆਰਿਓ ਤੁਰਕਾਂ ਦੀਆਂ ਫੌਜਾਂ ਦਾ ਪਹਾੜੀ ਫੌਜਾਂ ਦਾ ਵੱਢ ਕੇ ਢੇਰ ਲਾ ਦਿੱਤਾ। ਤੇ ਜਦੋਂ ਭੀਮ ਚੰਦ ਨੇ ਵੇਖਿਆ ਕਿ ਇਹਦੀ ਮਰੀ ਹੋਈ ਫੌਜ ਦੇ ਢੇਰ ਲੱਗੇ ਪਏ ਐ, ਸਾਡੀ ਇੰਨੀ ਫੌਜ ਹੈ ਤੇ ਗੁਰੂ ਸਾਹਿਬ ਦੇ ਨਾਲ ਗਿਣਤੀ ਦੇ ਸਿੰਘ ਹਨ, ਪਰ ਸਾਡਾ ਜਿਹੜਾ ਹੈ ਜ਼ੋਰ ਕਿਉਂ ਨਹੀਂ ਪੈ ਰਿਹਾ। ਹੀਰੇ ਸਿੰਘ ਨਾਹੀ ਰਹੇ ਤੀਰ ਵਾਹੀ, ਕਹਿੰਦਾ ਇਹ ਜਿਹੜੇ ਸਿੰਘ ਹਨ ਇਹ ਭੱਜਦੇ ਕਿਉਂ ਨਹੀਂ ਗਏ ਮੈਦਾਨ ਛੱਡ ਕੇ, ਇਹ ਮੋਰਚਾ ਛੱਡ ਕੇ ਭੱਜਦੇ ਕਿਉਂ ਨਹੀਂ ਸਾਡਾ ਇੰਨਾ ਇਕੱਠ ਦੇਖ ਕੇ। ਬਲਿਓ ਭੂਪ ਚੰਦਨ ਸੁਨਿਓ ਹੋਸ਼ ਵੰਦਨ, ਔਰ ਗੁਰੂ ਪਿਆਰਿਓ ਸ਼ੇਰ ਜਿਹੜਾ ਹੈ ਉਹ ਮਿਰਗਾਂ ਦੀ ਡਾਰ ਵੇਖ ਕੇ ਭੱਜਦਾ ਨਹੀਂ, ਉਹ ਤਾਂ ਖੁਸ਼ ਹੁੰਦਾ ਕਿ ਚੰਗੇ ਵਾਵਾ ਆ ਗਏ, ਅੱਜ ਇਹਨਾਂ ਨੂੰ ਵੱਢਾਂਗੇ। ਇਸੇ ਤਰ੍ਹਾਂ ਸਿੰਘ ਤਾਂ ਵੇਖ ਕੇ ਖੁਸ਼ ਹੋ ਰਹੇ ਹੈ। ਸਾਨੂੰ ਸਿੰਘ ਦਾ ਤਖੱਲ ਵੀ ਇਸੇ ਵਾਸਤੇ ਦਿੱਤਾ ਹੈ ਕਿ ਡਰਨ ਵਾਲਾ ਯੋਧਾ ਨਹੀਂ ਹੈ, ਜਿਸ ਨੂੰ ਬਾਬੇ ਨਾਨਕ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ 239 ਸਾਲ ਲੱਗੇ ਹੈ ਇਸ ਸਿੱਖ ਨੂੰ, ਇਹ ਸਿੰਘ ਨੂੰ ਤਿਆਰ ਕਰਨ ਵਾਸਤੇ। 239 ਸਾਲਾਂ ਵਿੱਚ ਆਹ ਰੂਪ ਦਿੱਤਾ ਗਿਆ ਸਾਨੂੰ। ਪਹਿਲਾਂ ਅੰਦਰੋਂ ਸੁਧਾਰਿਆ, ਜਿਹੜੀਆਂ ਅੰਦਰ ਊਣਤਾਈਆਂ ਸੀਗੀਆਂ, ਜਿਹੜੀਆਂ ਕਮਜ਼ੋਰੀਆਂ ਸੀ, ਉਹ ਬਾਬੇ ਨਾਨਕ ਨੇ 10 ਜਾਮਿਆਂ 'ਚ ਪ੍ਰਚਾਰ ਕਰ ਕਰਕੇ ਦੂਰ ਕੀਤੀਆਂ। ਫਿਰ ਸਮੇਂ ਦੀ ਲੋੜ ਮੁਤਾਬਕ ਜਦੋਂ ਦੁਸ਼ਮਣ ਜਿਹੜਾ ਹੈ ਗੁਰੂ ਕੇ ਸਿੱਖਾਂ ਦੇ ਹਮਲੇ ਕਰਨ ਲੱਗੇ ਆ, 6ਵੇਂ ਪਾਤਸ਼ਾਹ ਦੇ ਸਮੇਂ ਖਬਰਾਂ ਆਉਂਦੀਆਂ ਕਦੇ ਸਿੰਘਾਂ ਨੇ ਸੰਗਤ ਨੇ ਆਉਣਾ, ਰਸਤੇ ਵਿੱਚ ਲੁਟੇਰਿਆਂ ਨੇ ਹਿੰਦੂਆਂ ਨੇ ਜਾਂ ਮੁਸਲਮਾਨਾਂ ਨੇ ਲੁੱਟ ਲੈਣਾ, ਆ ਕੇ ਰੋਣਾ ਜੀ ਮਹਾਰਾਜ ਸਾਥੋਂ ਘੋੜਾ ਖੋਲਿਆ ਜੀ, ਸਾਥੋਂ ਸਮਾਨ ਖੋਲਿਆ ਜੀ। ਰਸਤੇ ਵਿੱਚ ਪਾਤਸ਼ਾਹ ਕਹਿੰਦੇ ਸ਼ਾਸਤਰ ਕਿਉਂ ਨਹੀਂ ਰੱਖਦੇ, ਗਾਤੇ ਤਲਵਾਰਾਂ ਪਾ ਕੇ ਵਰਸ਼ੇ ਸੇਲੇ ਹੱਥ 'ਚ ਰੱਖੋ, 2 ਹੱਥ ਕਰੋ ਜੀ, ਤੁਹਾਡੇ ਵੱਲ ਆਉਂਦੀ ਏਦਾਂ ਹੈ ਕਿਵੇਂ ਕੰਮ ਚੱਲੂਗਾ। ਫਿਰ ਉੱਥੋਂ ਗੁਰੂ ਪਿਆਰੋ ਸੰਗਤ ਆਪਣੇ ਹੱਥਾਂ ਵਿੱਚ ਸ਼ਸਤਰ ਰੱਖਣ ਲੱਗੀ ਤੇ 10ਵੇਂ ਪਾਤਸ਼ਾਹ ਜੀ ਨੇ ਤਾਂ ਪੱਕੇ ਹੀ ਹੁਕਮ ਲਾ ਦਿੱਤੇ ਕਿ ਮੇਰੇ ਸਿੰਘ ਨੇ ਕਦੇ ਸ਼ਸਤਰ ਦਾ ਵਸਾਹ ਨਹੀਂ ਕਰਨਾ, ਹਮੇਸ਼ਾ ਸ਼ਸਤਰ ਨੂੰ ਆਪਣੇ ਨਾਲ ਰੱਖਣਾ ਹੈ। ਖੈਰ ਅੱਜ ਗੁਰੂ ਪਿਆਰਿਓ ਪਾਤਸ਼ਾਹ ਜੀ ਨੇ ਆਖਰੀ ਸ਼ੋਹਾਂ ਦੇ ਕੇ 1699 ਵਿਸਾਖੀ ਤੇ ਜਿਹੜਾ ਖਾਲਸਾ ਸਜਾਇਆ, ਤੇ ਗੁਰੂ ਪਿਆਰਿਓ ਸਾਬਤ ਸੂਰਤ ਦਸਤਾਰ ਸਿਰਾ ਜਿਸ ਦਾ ਬਿਆਨ ਗੁਰਬਾਣੀ 'ਚ ਹੈ, ਤੇ 10ਵੇਂ ਪਾਤਸ਼ਾਹ ਜੀ ਨੇ ਇਹ ਰੂਪ ਦੇਣਾ ਕੀਤਾ ਸਾਨੂੰ। ਗੁਰੂ ਪਿਆਰਿਓ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ मेरो प्राण को प्राण, खालसा मेरो मुख है अंगा, खालसे केहो साध साध संगा, जब लग खालसा रहे न्यारा तब लग तेज दियो मैं सारा, जावे गह विपन्न की रीत, जदों ये भी पखंडी हो गया कर्मकांडी हो गया मैं ना करो इनकी प्रतीत। इस करके गुरु साहब ने ये अनोखा रूप सानू देना कीता।
ਇਸ ਕਰਕੇ ਗੁਰੂ ਪਿਆਰਿਓ, ਹੁਣ ਜਦੋਂ ਭੀਮ ਚੰਦ ਨੇ ਵੇਖਿਆ ਕਿ ਸਾਡੀ ਬਹੁਤ ਫੌਜ ਮਾਰੀ ਗਈ ਹੈ, ਹਜੇ ਵੀ ਪਿੱਛੇ ਕਾਫੀ ਕੱਟ ਹੈ, ਜਿਹੜੀ ਤੁਰਕਾਂ ਦੀ ਫੌਜ ਵਜੀਦੇ ਨਾਲ ਆਈ ਆ, ਪਰ ਇਹ ਡਰਦੇ ਕਿਉਂ ਨਹੀਂ? ਇਹ ਮੋਰਚੇ ਛੱਡ ਕੇ ਜਾਂਦੇ ਕਿਉਂ ਨਹੀਂ? ਚਮਸ਼ਾ ਪਾਰੀ ਹਮੋ ਨੇ ਹਕਾਰੀ। ਔਰ ਬੋਲਿਓ ਭੂਪ ਚੰਦ, ਇਹਨੇ ਹੰਡੂਰੀਏ ਰਾਜੇ ਭੂਪ ਚੰਦ ਨੂੰ ਸੱਦਿਆ, ਕਹਿੰਦੇ ਗੱਲ ਸੁਣ ਯਾਰ, ਸੁਣੋ ਹੋਸ਼ ਬੰਨ, ਉਹ ਧਿਆਨ ਕਰਕੇ ਗੱਲ ਸੁਣ। ਹਾਂ ਦੱਸ ਕੀ ਕਹਿਣਾ? ਯਾਰ ਸਾਡੀ ਫੌਜ ਕਿੰਨੀ ਹੈ, ਵਜੀਦੇ ਦੀ ਫੌਜ ਕਿੰਨੀ ਹੈ? ਔਰ ਚਮੂ ਸ਼ਾਹ ਭਾਰੀ ਹਮੋ ਨੇ ਹਕਾਰੀ, ਇੰਨੀ ਫੌਜ ਲੈ ਕੇ ਅਸੀਂ ਹਮਲਾ ਕਰ ਰਹੇ ਹਾਂ। ਦੂਰ ਕੋਟ ਨਾਹੀ ਮਦਾਨ ਕੇ ਮਾਹੀ। ਔਰ ਕੋਈ ਇਹ ਜਿਹੜੇ ਸਿੰਘ ਸਾਹਮਣੇ ਸਾਡਾ ਲੜ ਰਹੇ ਨਾ, ਕਿਸੇ ਕਿਲੇ ਦੇ ਅੰਦਰ ਨਹੀਂ। ਇਦੋਂ ਪਹਿਲਾਂ ਤਾਂ ਆਪਾਂ ਕਹਿੰਦੇ ਜੇ ਆਨੰਦਗੜ੍ਹ ਦੇ ਕਿਲੇ ਵਿੱਚ ਬੈਠੇ ਆ, ਜੇ ਬਾਹਰ ਹੁੰਦੇ ਤਾਂ ਅਸੀਂ ਫੜ ਲੈਂਦੇ। ਅਸੀਂ ਬਾਹਰ ਕੱਢ ਕੇ ਵੀ 2-3 ਦਿਨ ਹੋ ਗਏ ਜੰਗ ਕਰਦਿਆਂ ਨੂੰ ਵੇਖ ਲਿਆ। ਇਹਨਾਂ ਦੇ ਕੋਲ ਕੋਈ ਕਿਲਾ ਨਹੀਂ ਹੈ, ਕਿਤੇ ਲੁਕੇ ਹੋਏ ਨਹੀਂ ਹੈ, ਪਰ ਰਹਿਬੋ ਕਰਾਰਾ ਗੁਰੂ ਜੀ ਨਹਾਰਾ। ਮੈਦਾਨਿਕ ਮਾਹੀ, ਅੱਜ ਜੰਗ ਦੇ ਮੈਦਾਨ ਵਿੱਚ ਵੀ ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕੇ। ਤੇ ਜੇ ਅੱਜ ਨਾ ਜਿੱਤ ਸਕੇ, ਜੇ ਗੁਰੂ ਮੈਦਾਨ ਵਿੱਚ ਵੀ ਤਕੜੇ ਰਹੇ, ਨਾ ਹਾਰੇ, ਕਹੂੰ ਫੇਰ ਕੈਸੇ ਤਜੈ ਤੀਰ ਵੈਸੇ। ਦੱਸ ਫੇਰ ਆਪਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਰਹਿ ਜਾਾਂਗੇ? ਚਲ ਪਹਿਲਾਂ ਤਾਂ ਕਹਿ ਰਹੇ ਸੀ ਕਿਲੇ 'ਚ ਬੈਠੇ ਆ ਜੀ, ਅਸੀਂ ਜੰਗਲ 'ਚ ਬੈਠੇ ਆ, ਮੈਦਾਨ 'ਚ ਬੈਠੇ ਆ, ਕੋਈ ਅੱਜ ਆਪਾਂ ਕਿਹਨੂੰ ਮੂੰਹ ਦਿਖਾਵਾਂਗੇ? ਇਹ ਵੀ ਮੈਦਾਨ 'ਚ ਹੈ, ਆਪਾਂ ਵੀ ਮੈਦਾਨ 'ਚ। ਅਬਦ ਨ ਮਾਰਾ ਕਹਿਓ ਕਹਿ ਨ ਬਾਰਾ। ਜੇ ਅਸੀਂ ਅੱਜ ਵੀ ਗੁਰੂ ਗੋਬਿੰਦ ਸਿੰਘ ਨੂੰ ਫੜ ਨਾ ਸਕੇ ਜਾਂ ਮਾਰ ਨਾ ਸਕੇ, ਜਾਂ ਉਹਦੇ ਸਿੰਘਾਂ ਨੂੰ ਭਜਾ ਨਾ ਸਕੇ, ਆਪਾਂ ਦੇ ਜਿਹੜਾ ਤਾਕਤ ਹੈ, ਆਪਣਾ ਜਿਹੜਾ ਜ਼ੋਰ ਹੈ, ਇਹ ਖਤਮ ਹੋ ਜਾਣਾ ਜੀ। ਪੁਨੰਗ ਕੌਣ ਮਾਰਾ ਕਿਸੂ ਤੇ ਨਾ ਹਾਰਾ। ਕਹਿਣ ਲੱਗੇ ਜੀ ਅੱਜ ਨਾ ਮਾਰ ਸਕੇ, ਸਾਡੇ ਨਾਲ ਲੱਖਾਂ ਦੀ ਗਿਣਤੀ ਵਿੱਚ ਵਜੀਦੇ ਦੇ ਨਾਲ ਫੌਜ ਹੈ, ਤੁਰਕਾਂ ਦੀ ਯੋਧੇ ਆ, ਵੱਡੇ ਵੱਡੇ ਪਠਾਨ ਇਹਨਾਂ ਦੇ ਨਾਲ। ਜੇ ਅੱਜ ਨਾ ਗੁਰੂ ਸਾਹਿਬ ਨੂੰ ਫੜ ਸਕੇ, ਮਾਰ ਸਕੇ, ਤੇ ਫੇਰ ਕੌਣ ਮਾਰੂਗਾ? ਮਹਾ ਤੀਰ ਤਾਰੈ ਹਮੂ ਕੋ ਪਾਰ ਹਾਰੈ। ਔਰ ਅਖੀਰ ਗੁਰੂ ਗੋਬਿੰਦ ਸਿੰਘ ਧੀਰ ਜਵਾਨ ਨੇ ਸਾਨੂੰ ਮਾਰ ਲੈਣਾ ਹੈ ਜੀ। ਦੋਹਰਾ ਗਮਨ ਸੋਬੇ ਨਿਕਟ ਅਬ ਕਰੇ ਤੁਮ ਕੋ ਜੋਰ। ਔਰ ਕਹਿਣ ਲੱਗਿਆ ਜਾ ਵਜੀਦੇ ਕੋਲ ਜਾ, ਉਹ ਪਿੱਛੇ ਖੜਾ ਫੌਜ ਦੇ ਵਿੱਚ ਲੁਕਿਆ, ਕਿਉਂਕਿ ਜਰਨੈਲ ਜੀ ਨੇ ਲੁਕੇ ਖੜਦੇ ਨੇ ਹਮੇਸ਼ਾ। ਕਹਿੰਦੇ ਜਾ ਵਜੀਦੇ ਨੂੰ ਕਹਿ ਕਿ ਆਪਣੀ ਫੌਜ ਨੂੰ ਅੱਗੇ ਧੱਕਾ ਲਾ, ਭਾਵ ਲਲਕਾਰਾ ਮਾਰ ਕੇ ਅੱਗੇ ਕਰ ਇਹਨਾਂ ਨੂੰ। ਗੁਰੂ ਗੋਬਿੰਦ ਸਿੰਘ ਕੀਰਿਓ ਗਹਿਲੀ ਜੈ ਸਾਰ। ਉਹਨੂੰ ਜਾ ਕੇ ਕਹਿ ਵੀ ਗੁਰੂ ਗੋਬਿੰਦ ਸਿੰਘ ਨੂੰ ਹੁਣ ਆਪਾਂ ਘੇਰਾ ਪਾਇਆ ਹੋਇਆ, ਇੱਥੇ ਫੜ ਸਕਦੇ ਆ, ਕਿਉਂਕਿ ਹੁਣ ਕਿਸੇ ਕਿਲੇ ਕੋਟ ਦੇ ਅੰਦਰ ਨਹੀਂ ਹੈ। ਬਾਹਰ ਘਾਤ ਹਾਥ ਨ ਆਵੈ ਹੋਈ ਵਿਵਾਸ ਕੇ ਸਥਾਨਾ। ਔਰ ਜੇ ਇੱਥੋਂ ਨਿਕਲ ਗਿਆ ਗੁਰੂ ਗੋਬਿੰਦ ਸਿੰਘ, ਇਸ ਨੇ ਕਿਤੇ ਜਾ ਕੇ ਕਿਲਾ ਮੰਨ ਲੈਣਾ। ਮਵਾਸ ਹੁੰਦਾ ਆਕੀ ਹੋ ਕੇ ਬਹਿ ਜਾਣਾ, ਕਿਲੇ 'ਚ ਵੜ ਜਾਣਾ। ਜੇ ਇੱਥੇ ਮੈਦਾਨ ਵਿੱਚ ਨਾ ਫੜਿਆ ਗਿਆ, ਇਸ ਨੇ ਕਿਸੇ ਕਿਲੇ ਵਿੱਚ ਜਾ ਕੇ ਵੜ ਜਾਣਾ। ਸ਼ਾਹ ਕੰਪੀ ਪਕੜਨ ਕੇਰਾ ਨਾਹਿ ਤਾ ਕਰ ਦਿਓ ਹਨ। ਔਰ ਆਪਾਂ ਨੂੰ ਬਾਦਸ਼ਾਹ ਦਾ ਵੀ ਹੁਕਮ ਹੈ ਔਰੰਗਜ਼ੇਬ ਦਾ, ਬਈ ਜਾਂ ਗੁਰੂ ਗੋਬਿੰਦ ਸਿੰਘ ਨੂੰ ਫੜ ਲਿਆਓ, ਨਾ ਫੜਿਆ ਜਾਵੇ ਤਾਂ ਮਾਰ ਦਿਓ। ਜਾ ਕੇ ਕਹਿ ਵਜੀਦੇ ਨੂੰ ਅੱਗੇ ਵਧਣ। ਹੋਏ ਨਾ ਐਸੀ ਪਾਰ ਉਤਾਰ ਕਰ ਕਨੀ ਮਚਾਵੇ ਮਾਰਾ। ਕਿਤੇ ਉਹ ਨਾ ਹੋਵੇ ਕਿ ਗੁਰੂ ਇੱਥੋਂ ਜਿਉਂਦਾ ਨਿਕਲ ਜਾਵੇ। ਜੇ ਇੱਥੋਂ ਜਿਉਂਦਾ ਨਿਕਲ ਗਿਆ, ਇਸ ਨੇ ਕੋਈ ਕਿਲਾ ਮੰਨ ਲਿਆ, ਫਿਰ ਕਿਲੇ ਦੇ ਵਿੱਚ ਬੈਠ ਕੇ ਸਾਡੀ ਬਹੁਤ ਫੌਜ ਮਾਰ ਦੇਣੀ ਹੈ। ਆਕਾ ਘੇਰ ਹੇਰ ਕੋ ਘਾਲੋ ਪਕੜ ਲਿਓ ਇਸ ਵਾਰ। ਤਾਂ ਤੇ ਹੁਣ ਸਮਾਂ ਹੈ, ਹੁਣ ਆਪਣਾ ਦਾ ਬਣਿਆ ਹੈ, ਗੁਰੂ ਮੈਦਾਨ ਦੇ ਵਿੱਚ ਹੈ, ਇਹਨੂੰ ਅੱਗੋਂ ਘੇਰ ਕੇ ਫੜ ਲਓ। ਗਮਨਿਓ ਤਬ ਵਜ਼ੀਰ ਖਾਂ ਪਾਸੇ ਸਗਰੀ ਬਾਤ ਸੁਣਾਈ। ਉਸੇ ਵੇਲੇ ਹੰਡੂਰੀਆ ਭੂਪ ਚੰਦ ਭੱਜ ਕੇ ਵਜੀਦੇ ਕੋਲ ਜਾਂਦਾ ਹੈ। ਕਰੀ ਪ੍ਰਚਾਰ ਚੁੰਮ ਕਣੀ ਤਬ ਦਿਓ ਦਿਸਤੇ ਉਮੜਾਈ। ਉਹਨੂੰ ਕਹਿੰਦਾ ਰਾਜਾ ਸਾਹਿਬ ਹੱਲਾ ਮਾਰੋ ਥੋੜਾ ਜਿਹਾ, ਹੁਣ ਤਾਂ ਗੁਰੂ ਗੋਬਿੰਦ ਸਿੰਘ ਨੂੰ ਫੜ ਹੀ ਸਕਦੇ ਆ, ਘੇਰਾ ਪਾ ਲਓ, ਫੌਜ ਨੂੰ ਅੱਗੇ ਤੋਰੋ। ਆਪ ਵਜੀਦ ਖਾਨ ਪੀ ਸਰ ਗਇਓ ਟੁਗੇ ਨਰੇਸ਼ ਪਹਾਰੇ। ਔਰ ਵਜੀਦ ਖਾਨ ਵੀ ਸਰਕਿਆ, ਭਾਵ ਥੋੜਾ ਅੱਗੇ ਆਇਆ, ਤੇ ਫੌਜ ਨੂੰ ਵੀ ਲਲਕਾਰਾ ਮਾਰ ਕੇ ਕਹਿੰਦਾ ਚਲੋ ਅੱਗੇ ਚਲੋ, ਫੜੋ ਗੋਬਿੰਦ ਸਿੰਘ ਨੂੰ। ਗੁਜਰ ਰੰਗਰ ਤੁਰਕ ਗਨੇ ਕੋ ਕਰੈ ਤਕੇ
ਢੀਰ ਅਗਾਰੀ। ਭਾਈ ਸਾਹਿਬ ਸੰਤੋਖ ਸਿੰਘ ਕਵੀ ਕਹਿੰਦੇ ਕਿ ਉਹਨਾਂ ਦੀਆਂ ਫੌਜਾਂ ਦੇ ਵਿੱਚ ਗੁੱਜਰ, ਰੰਗੜ, ਤੁਰਕ ਕੋਈ ਗਿਣਤੀ ਨਹੀਂ ਹੈ। ਚੰਗੇ ਤਕੜੇ ਤਕੜੇ ਪਠਾਨ ਯੋਧੇ ਹਨ ਇਹਨਾਂ ਕੋਲ। ਮਹਾ ਧੂਮ ਮਾਚੀ ਤਿਸ ਥਲ ਮੈਂ ਢੁਕੇ ਆਣ ਤਬ ਨੇਰੇ। ਔਰ ਇਹਨਾਂ ਨੇ ਇੱਕ ਦੂਜੇ ਨੂੰ ਧੱਕੇ ਮਾਰਦਿਆਂ ਹੋਇਆਂ ਗੁਰੂ ਕੀਆਂ ਫੌਜਾਂ ਵੱਲ ਵਧਣਾ ਸ਼ੁਰੂ ਕੀਤਾ ਹੈ। ਸਾਹਿਬ ਚੰਦ ਜੂਤ ਪਦ ਗੁਰ ਕੋ ਕਰਤ ਜੁਧ ਵਡੇਰੇ। ਔਰ ਉਸ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਯੋਧਾ ਸਾਹਿਬ ਚੰਦ ਜਿਹੜਾ ਹੈ ਸੈਨਾਪਤੀ ਹੈ, ਗੁਰੂ ਪਾਤਸ਼ਾਹ ਜੀ ਦਾ ਇੱਕ ਜਰਨੈਲ ਹੈ ਜਿਹਨੂੰ 1000 ਸਿੰਘ ਦਿੱਤਾ ਹੈ। ਉਹ ਚੰਗੇ ਵੈਰੀਆਂ ਦੇ ਆਹੂ ਲਾ ਰਿਹਾ ਹੈ। ਸਿਫਰ ਕਿਰਪਾਨ ਖੈਚ ਕਰ ਮਿਆਨੇ ਅਰਜੋ ਅਗਰ ਵੱਡ ਜੋਦਾ। ਪਹਿਲਾਂ ਇਹਨੇ ਤੀਰ ਕਮਾਨ ਦੇ ਨਾਲ ਜੰਗ ਕੀਤਾ ਜਦ ਦੁਸ਼ਮਣ ਦੂਰ ਸੀਗਾ। ਜਦੋਂ ਨੇੜੇ ਆ ਗਿਆ ਦੁਸ਼ਮਣ ਹੱਥੋਂ ਹੱਥੀ ਦੀ ਲੜਾਈ ਵਿੱਚ ਫਿਰ ਸਿੰਘ ਨੇ ਹੱਥ ਵਿੱਚ ਢਾਲ ਤੇ ਤਲਵਾਰ ਫੜ ਲਈ ਹੈ। ਸੰਗ ਸਹਿ ਕਰੇ ਔਰ ਸੂਰਮਾ ਆਵਦ ਦਲ ਕੋਰਦਾ। ਔਰ ਗੁਰੂ ਪਿਆਰਿਓ ਇਸ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਤੁਰਕਾਂ ਦਾ ਦਲ ਅੱਗੇ ਵਧਦਾ ਵੇਖਿਆ। ਟਿੱਡੀ ਦਲ ਤੇ ਵੱਢਣਾ ਸ਼ੁਰੂ ਕੀਤਾ ਹੈ ਜੀ। ਤਸਿਓ ਕੱਢ ਤੁਮੈ ਝਟਕ ਕਾਟ ਤੋ ਚਲੇ ਖੜਗ ਭਟ ਅੰਗ। ਔਰ ਕੱਢ ਕਹਿੰਦੀ ਹੈ ਇਕੱਠ ਨੂੰ। ਇਹ ਜਾ ਕੇ ਜਿਹੜਾ ਭਾਈ ਸਾਹਿਬ ਸਾਹਿਬ ਚੰਦ ਹੈ ਜਿਹੜਾ ਇਹ ਦੁਸ਼ਮਣਾਂ ਦੇ ਵਿੱਚ ਧਸ ਗਿਆ ਹੈ। ਔਰ ਤਲਵਾਰ ਨੂੰ ਅੰਨ੍ਹੇਵਾਹ ਚਲਾਉਂਦਾ ਹੋਇਆ ਦੁਸ਼ਮਣ ਦੀਆਂ ਫੌਜਾਂ ਨੂੰ ਵੜਦਾ ਜਾ ਰਿਹਾ ਹੈ, ਆਪਣੇ ਆਪ ਨੂੰ ਢਾਲ ਨਾਲ ਬਚਾ ਕੇ। ਖੰਡ ਖੰਡ ਕਰ ਰੰਗ ਮੰਡ ਗੰਡ ਕੁੰਡ ਪੰਡਿਤੇ ਰੰਗ। ਇਸ ਤਰ੍ਹਾਂ ਤਲਵਾਰ ਦੇ ਨਾਲ ਦੁਸ਼ਮਣ ਦੇ ਟੋਟੇ ਟੋਟੇ ਕਰਦਾ ਜਾ ਰਿਹਾ ਹੈ। ਰੁੰਡ ਮੁੰਡ ਧੜਾ ਤੋਂ ਧੌਣਾ ਤੋਂ ਸਿਰ ਵੱਢ ਵੱਢ ਕੇ ਸਿੱਟਦਾ ਜਾ ਰਿਹਾ ਹੈ। ਤੁੰਡ ਪੰਡ ਤੇ ਰੰਗ। ਇਸ ਤਰ੍ਹਾਂ ਫਿਰ ਇਹਨਾਂ ਦੇ ਖੂਨ ਦਾ ਜਿਹੜਾ ਰੰਗ ਹੈ ਉਹ ਉਹਨਾਂ ਦੇ ਕੱਪੜਿਆਂ ਨੂੰ ਰੰਗਦਾ ਜਾ ਰਿਹਾ ਹੈ। ਭਇਓ ਪ੍ਰਚੰਡ ਘਮੰਡ ਕਨੇਰਾ ਪਰੇ ਕਿਤਕ ਕਰ ਕਾਟੇ। ਔਰ ਗੁਰੂ ਪਿਆਰਿਓ ਜਦੋਂ ਇਸ ਸਾਹਿਬ ਚੰਦ ਵੜਿਆ ਦੁਸ਼ਮਣ ਦੀ ਫੌਜ ਦੇ ਵਿੱਚ, ਜਦ ਫੌਜ ਨੇ ਇਹਦੀ ਤਲਵਾਰ ਚਲਦੀ ਵੇਖੀ ਦੁਸ਼ਮਣ ਵੀ ਆਸ਼-ਆਸ਼ ਕਰ ਉੱਠਿਆ, ਕਿਉਂਕਿ ਦੁਸ਼ਮਣ ਦਾ ਦਾਅ ਹੀ ਨਹੀਂ ਲੱਗਦਾ ਭਾਈ ਸਾਹਿਬ ਦੇ ਸ਼ਸਤਰ ਮਾਰਨ ਦਾ, ਕਿਉਂਕਿ ਅੱਖ ਬਾਜ ਦੀ ਨਿਆਈ ਚੱਲਦੀ ਆ। ਸਾਰੇ ਪਾਸੇ ਦੁਸ਼ਮਣ ਦੀ ਨਿਗਾਹ ਵੀ ਰੱਖਣੀ ਹੈ ਤੇ ਤਲਵਾਰ ਵੀ ਚਲਾਉਣੀ ਹੈ। ਇਸ ਤਰ੍ਹਾਂ ਯੋਧਾ ਜਿਹੜਾ ਹੈ ਟੋਟੇ ਕਰਦਾ ਜਾ ਰਿਹਾ। ਬੜਾ ਪ੍ਰਚੰਡ ਇਹਨੇ ਜੰਗ ਕੀਤਾ ਹੈ ਤੇ ਦੁਸ਼ਮਣ ਦਾ ਘਮੰਡ ਜਿਹੜਾ ਹੈ ਉਹ ਤੋੜਨਾ ਕੀਤਾ ਹੈ ਜੀ। ਖੰਡਨ ਕਰ ਕੁਝ ਧਨ ਕਿਨਹੁ ਕੋ ਮਾਰ ਮਾਰ ਕਰ ਸਾਟੇ। ਔਰ ਕਿਸੇ ਦਾ ਸਿਰ ਵੜਤਾ, ਕਿਸੇ ਦੀ ਬਾਹ ਵੜਤੀ ਤਲਵਾਰ ਵਾਲਾ, ਕਿਸੇ ਦਾ ਮੁਰਚਾ ਵੱਢਿਆ ਗਿਆ, ਕਿਸੇ ਦਾ ਗਿੱਟਾ ਵੱਢਿਆ ਗਿਆ। ਜਿੱਥੇ ਜਾਂਦੀ ਹੈ ਜਾਣਦੇ ਗੁਰੂ ਪਿਆਰਿਓ ਉਹ ਤਲਵਾਰ ਵੱਜਦੀ ਹੋਈ ਹਜ਼ਾਰਾਂ ਹੀ ਦੁਸ਼ਮਣ ਦੇ ਫੌਜੀਆਂ ਨੂੰ ਮਾਰਦਾ ਹੋਇਆ ਸਿੰਘ ਸ਼ੇਰ ਦੀ ਨਿਆਈ ਦੁਸ਼ਮਣ ਵਿੱਚ ਧਸਦਾ ਜਾ ਰਿਹਾ ਹੈ। ਝਟਪਟ ਕਟੇ ਨਾ ਸਦਕੇ ਸਟਪਟ ਕੱਟ ਤੇ ਕੱਟ ਕੱਟ ਗੇਰੇ। ਉਹ ਝਟਪਟ ਕੱਟੇ ਤਲਵਾਰਾਂ ਤਿੱਖੀਆਂ। ਕਿੱਥੇ ਟਾਈਮ ਲੱਗਦਾ ਗੁਰੂ ਪਿਆਰਿਓ, ਸਰੀਰ ਤਾਂ ਸਾਡਾ ਘਾਹ ਵਰਗਾ। ਇਉਂ ਬੜੀ ਤੇਜ਼ੀ ਦੇ ਨਾਲ ਤਲਵਾਰਾਂ ਫੌਜੀਆਂ ਨੂੰ ਕੱਢਦੀਆਂ ਜਾ ਰਹੀਆਂ ਹਨ। ਸਟਪਟ ਫਿਰ ਦੂਜੇ ਪਾਸੇ ਚੱਲਦੀ ਹੈ। ਕੱਟ ਤੇ ਕੱਟ ਕਿਸੇ ਨੂੰ ਲੱਕ ਤੋਂ ਵੱਢਦਾ ਹੈ, ਕਿਸੇ ਨੂੰ ਗਿੱਟੇ ਤੋਂ ਵੱਢਦਾ ਹੈ ਤੇ ਵੱਢ ਵੱਢ ਕੇ ਜਿਵੇਂ ਦਰਖਤ ਨੂੰ ਤਰਖਾਨ ਸ਼ਾਂਗ ਸ਼ਾਂਗ ਕੇ ਮੋਸ਼ੇ ਪਾਉਂਦਾ ਹੈ, ਇਉਂ ਮਾਨੋ ਗੁਰੂ ਕਾ ਸਿੰਘ ਸਾਹਿਬ ਚੰਦ ਮੋਸ਼ੇ ਪਾਉਂਦਾ ਜਾ ਰਿਹਾ ਹੈ। ਪਗ ਕਾਟੇ ਜੇ ਜਮ ਕਟੀ ਜੁਗ ਜਾਨੂ ਕਾਟ ਨਬੇਰਾ। ਔਰ ਕਿਸੇ ਦਾ ਪੈਰ ਵੱਢਿਆ ਗਿਆ, ਕਿਸੇ ਨੂੰ ਜੰਗ ਕੋਲੋਂ ਭਾਵ ਲੱਕ ਦੇ ਕੋਲੋਂ ਵੱਢ ਦਿੱਤਾ ਹੈ, ਕਿਸੇ ਨੂੰ ਗੋਡੇ ਕੋਲੋਂ ਵੱਢ ਦਿੱਤਾ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਜੁਗ ਜਾਨੂ ਕਿਸੇ ਦੇ ਦੋਨੇ ਗੋਡੇ ਭੰਨ ਦਿੱਤੇ। ਇਉਂ ਨਵੇੜਦਾ ਤੁਰਿਆ ਜਾ ਰਿਹਾ ਕੰਮ ਨੂੰ। ਉਰੂ ਕਟੇ ਫਾਟੀ ਕਿਸ ਛਾਤੀ ਪ੍ਰਿਸ਼ਟ ਖੜਗ ਕਿਨ ਖਾਏ। ਔਰ ਕਿਸੇ ਦੇ ਢਿੱਡ ਵਿੱਚ ਮਾਰੀ ਕੇ ਖਿੱਚ ਲਈਆ, ਹਿਰਦਾ ਢਿੱਡ ਪਾੜ ਦਿੱਤਾ ਹੈ। ਔਰ ਕਿਸੇ ਦੀ ਛਾਤੀ ਪਾੜ ਦਿੱਤੀ ਹੈ। ਕਿਸੇ ਨੇ ਜਦੋਂ ਭੱਜਣਾ ਕੀਤਾ ਤੇ ਪਿਛਲੇ ਪਾਸਿਓਂ ਪਿੱਠ ਵਿੱਚ ਵੱਜੀ ਹੈ। ਰਿਪ ਕੋ ਬਾਰ ਸਿਖਰ ਪਰ ਲੈ ਕੇ ਮਾਰ ਮਾਰ ਉਖਲਾਏ। ਔਰ ਬੜੀ ਤੇਜ਼ੀ ਦੇ ਨਾਲ ਜਿਹੜਾ ਹੈ ਜੋਰ ਸਿੰਘ ਦੇ ਵਿੱਚ ਆਇਆ ਹੋਇਆ ਹੈ। ਦੁਸ਼ਮਣ ਵੀ ਵਾਰ ਕਰਦਾ ਹੈ ਪਰ ਆਪਣੀ ਢਾਲ ਦੇ ਨਾਲ ਦੁਸ਼ਮਣ ਤੋਂ ਬਚਦਾ ਹੋਇਆ ਟੋਟੇ ਕਰਦਾ ਜਾ ਰਿਹਾ ਹੈ। ਕਰਾ ਚੋਰ ਸ਼ਰਣਤ ਸੋ ਲਿਪਟੇ ਚਮਕਤ ਹੋਇਆ ਹੈ ਲਾਲਨ। ਉਹ ਜਿਹੜੀ ਤਲਵਾਰ ਸੀ ਖੂਨ ਦੇ ਨਾਲ ਲਾਲ ਹੋ ਗਈ ਹੈ ਬਿਲਕੁਲ। ਲੈ ਲਹਾਦ ਜਨ
ਜੰਗੀ ਜੀਹਾ ਚਰਬੇ ਪਾਨ ਕੋ ਗੋਲਾਲਮ। ਔਰ ਗੁਰੂ ਪਿਆਰਿਓ ਤਲਵਾਰ ਦੇ ਵਿੱਚੋਂ ਖੂਨ ਵਹਿ ਰਿਹਾ ਹੈ, ਜਿਵੇਂ ਜੰਮਦੀ ਜੀਭ ਹੋਵੇ ਤੇ ਖੂਨ ਪੀ ਰਿਹਾ ਹੋਵੇ ਤੇ ਕੁਝ ਡੁੱਲ ਰਿਹਾ ਹੋਵੇ। ਭਾਵ ਭਾਈ ਸਾਹਿਬ ਜੀ ਦੀ ਤਲਵਾਰ ਜੰਮਦੀ ਜੀਭ ਬਣ ਗਈ ਹੈ ਤੇ ਦੁਸ਼ਮਣ ਨੂੰ ਵੜਦੀ ਤੇ ਖਾਂਦੀ ਤੁਰੀ ਜਾ ਰਹੀ ਹੈ, ਜਿਵੇਂ ਕਿਸੇ ਨੇ ਪਾਨ ਖਾ ਕੇ ਥੁੱਕਦਾ ਹੋਵੇ ਕੋਈ, ਐਦਾਂ ਤਲਵਾਰ ਵੱਜਦੀ ਹੈ ਤੇ ਚੌਂਦੀ ਤੁਰੀ ਜਾ ਰਹੀ ਹੈ। ਪਰੇ ਕਰ ਹੈ ਘਾਵ ਮਹਾ ਹੈ ਦਰਦੇ ਉਠਣਾ ਸਕੰਤੇ। ਉਹ ਜਿਹੜੇ ਵੱਢ ਕੇ ਸਿਰ ਦਿੱਤੇ, ਜਿਹੜੇ ਮਰੇ ਨਹੀਂ ਉਹ ਕਰਾ ਰਹੇ, ਉਹ ਮਾਰਤਾ ਹੋਏ ਕਰਦੇ ਚੀਕਾਂ ਮਾਰਦੇ ਪਏ ਆ ਥੱਲੇ। ਔਰ ਗੁਰੂ ਪਿਆਰੋ ਦੂਜੀਆਂ ਫੌਜਾਂ ਦੇ ਪੈਰਾਂ ਥੱਲੇ ਆ ਗਏ, ਜਿਹੜੇ ਹੋਰ ਅੱਗੇ ਵਧਦੇ ਆ, ਉਹਨਾਂ ਨੇ ਮਰੇ ਹੋਏ ਉਹਨਾਂ ਨੇ ਦੰਡ ਦਿੱਤੇ ਹਨ। ਇਸ ਤਰ੍ਹਾਂ ਉੱਠ ਨਹੀਂ ਸਕੇ, ਪਾਣੀ ਨਹੀਂ ਮੰਗ ਸਕੇ। ਯੋ ਵੀਰਨ ਘਾਲਿਓ ਕਸ ਕਮਸਾਨਾ ਘੂਮਤ ਘਾਵ ਲਗੰਤੇ। ਇਸ ਤਰ੍ਹਾਂ ਭਾਈ ਸਾਹਿਬ ਚੰਦ ਜੀ ਨੇ ਐਸਾ ਗੁਰੂ ਪਿਆਰਿਓ ਤਲਵਾਰ ਵਾਹੀ ਘੁੰਮ ਕਰਕੇ, ਜਿਵੇਂ ਆਪਾਂ ਨਗਰ ਕੀਰਤਨ ਵਿੱਚ ਆਪਾਂ ਗੱਤਕੇ ਦੇ ਜੌਹਰ ਵੇਖਦੇ ਆ, ਫੌਜਾਂ ਦੇ ਬਚਦੀਆਂ ਵੀ ਐ, ਸ਼ਸਤਰ ਦਾ ਨਿਸ਼ਾਨਾ ਵੀ ਲਾਉਂਦੀਆਂ। ਇੱਥੇ ਤਾਂ ਕੇਵਲ ਨਿਸ਼ਾਨਾ ਲਾ ਕੇ ਤੇ ਅੱਗੋਂ ਸਾਥੀ ਨੂੰ ਬਚਾਉਣਾ ਵੀ ਆ, ਕਿਤੇ ਸ਼ਸਤਰ ਵੱਜ ਨਾ ਜਾਵੇ, ਪਰ ਉੱਥੇ ਬਚਾਉਣ ਵਾਲਾ ਮਕਸਦ ਨਹੀਂ ਹੁੰਦਾਗਾ, ਉੱਥੇ ਤਾਂ ਵੱਢਣਾ ਹੀ ਵੱਢਣਾ ਹੈ। ਤੇ ਫਿਰ ਕਿੰਨੀ ਤੇਜ਼ੀ ਨਾਲ ਕਿਰਪਾਨ ਚੱਲਦੀ ਹੋਵੇਗੀ ਉਹ ਤਲਵਾਰ। ਇਸ ਤਰ੍ਹਾਂ ਗੁਰੂ ਪਿਆਰਿਓ ਦੁਸ਼ਮਣ ਨੂੰ ਵੱਢ ਵੱਢ ਕੇ ਢੇਰ ਲਾ ਦਿੱਤੇ ਤੇ ਵੱਡੇ ਹੋਏ ਕਰਾ ਰਹੇ ਨੇ, ਬਿਲਕ ਰਹੇ ਨੇ। ਰਕਤ ਬਹਿਓ ਪਟ ਰੰਗ ਚੜਿਓ ਸ਼ਬ ਧਰੇ ਲਾਲ ਜਨ ਬਾਗੇ। ਔਰ ਗੁਰੂ ਪਿਆਰਿਓ ਕੱਪੜੇ ਜਿਹੜੇ ਚਿੱਟੇ ਰੰਗ ਦੇ ਸੀ, ਸ਼ਾਇਦ ਉਹ ਵੀ ਖੂਨ ਦੇ ਨਾਲ ਲਾਲ ਹੋ ਗਏ ਹਨ, ਲੜਦਿਆਂ ਮਨੋ ਅਤੁਮ ਅਗਨ ਹੈ ਦੀਖਤ ਗਿਰੇ ਲਰਦ ਹੋਏ ਆਗੇ। ਔਰ ਗੁਰੂ ਪਿਆਰਿਓ ਹੁਣ ਭਾਈ ਸਾਹਿਬ ਦੇਖਣ ਚ ਆਏ ਲੱਗਦੇ ਨੇ ਜਿਵੇਂ ਅੱਗ ਦੀ ਲਾਟ ਲੜਦੀ ਫਿਰਦੀ ਹੋਵੇ, ਕਿਉਂਕਿ ਸਾਰਾ ਮੂੰਹ ਸਿਰ ਲਾਲ ਹੋ ਗਿਆ। ਜੇ ਦੁਸ਼ਮਣ ਵੱਢਿਆ ਜਾਂਦਾ, ਉਹਦਾ ਖੂਨ ਦਾ ਜਿਹੜਾ ਹੈ ਫੁਹਾਰਾ ਉੱਤੇ ਪੈ ਜਾਂਦਾ ਹੈ, ਚਿਹਰਾ ਵੀ ਲਾਲ ਹੋ ਗਿਆ, ਕੱਪੜੇ ਵੀ ਲਾਲ ਹੋ ਗਏ, ਹੱਥ ਵਿੱਚ ਤਲਵਾਰ ਹੈ, ਐ ਲੱਗਦਾ ਜਿਵੇਂ ਅੱਗ ਲੜਦੀ ਜਾ ਰਹੀ ਹੋਵੇ, ਔਰ ਕਿਸੇ ਤੋਂ ਵਸ ਵਿੱਚ ਨਹੀਂ ਆਉਂਦੀ ਲਾਲ ਰੰਗ ਦੇ ਕੱਪੜਿਆਂ ਨਾਲ। ਸਾਹਿਬ ਜੰਦ ਅਦਕ ਉਤਸ਼ਾਹ ਰਿਪਦਲ ਆਵਤ ਦੇਖਾ। ਇਉਂ ਸਾਹਿਬ ਚੰਦ ਜੀ ਨੇ ਜਦੋਂ ਦੁਸ਼ਮਣ ਨੂੰ ਨੇੜੇ ਢੁਕਦਾ ਵੇਖਿਆ ਤੇ ਤਲਵਾਰ ਕੱਢ ਲਈ ਹੈ। ਸਨਮੁਖ ਹੋਏ ਗੜਕ ਪਹਿਰਾਵੇ ਤੁਰਕ ਬਲੋਕ ਬਸ਼ੇਖਾ। ਔਰ ਸਾਹਮਣੇ ਹੋ ਕੇ ਲੜਨਾ ਸ਼ੁਰੂ ਕੀਤਾ ਸਾਹਿਬ ਚੰਦ ਨੇ, ਔਰ ਤੁਰਕਾਂ ਨੂੰ ਵੇਖ ਵੇਖ ਕੇ ਵੱਢਦਾ ਜਾ ਰਿਹਾ ਹੈ। ਪੁਨ ਪਹਾੜੀਏ ਓੜ ਆਏ ਘਰਿਓ ਵੀਰ ਬਰ ਜੂਦਾ। ਇਹ ਤੁਰਕਾਂ ਦੇ ਨਾਲ ਜੰਗ ਕਰ ਰਿਹਾ ਸੀ, ਆ ਦੂਜੇ ਪਾਸਿਓਂ ਪਹਾੜੀਆਂ ਨੇ ਗੁਰੂ ਪਿਆਰਿਓ ਹਮਲਾ ਕਰ ਦਿੱਤਾ ਹੈ, ਪਿੱਛੋਂ ਭਾਈ ਸਾਹਿਬ ਨੂੰ ਘੇਰਾ ਪਾਇਆ ਹੈ। ਖਾਏ ਕਾਵਤਾਂ ਲੁਪਿਓ ਮਹਾਪਟ ਪਲ ਪਲ ਬਾਡਿਓ ਗੁਰੂਦਾ। ਔਰ ਜਬ ਮੈਂ ਬਾਣ ਲਾਗਿਓ ਤਬੈ ਰੋਹ ਜਾਗਿਓ। ਦੁਸ਼ਮਣ ਦਾ ਵਾਰ ਲੱਗਣ ਦੇ ਨਾਲ, ਫੱਟ ਹੋਣ ਦੇ ਨਾਲ ਜੋਧਾ ਨਿਢਾਲ ਨਹੀਂ ਹੁੰਦਾ, ਬਲਕਿ ਹੋਰ ਵੀ ਕ੍ਰੋਧ ਆ ਜਾਂਦਾ ਹੈ। ਜਿਵੇਂ ਗੁਰੂ ਪਿਆਰੋ ਭੁੱਖੇ ਸ਼ੇਰ ਨੂੰ ਕੋਈ ਛੇੜ ਦੇਵੇ, ਇਸੇ ਤਰ੍ਹਾਂ ਇਹ ਜੋਧਾ ਸਾਹਿਬ ਚੰਦ ਜਿਹੜਾ ਜਿਵੇਂ ਫੱਟ ਲੱਗਦਾ ਹੋਰ ਤੇਜ਼ ਹੋ ਜਾਂਦਾ ਹੈ। ਬਹੁਤ ਨਕੀਰ ਕਿਰਪਾਨ ਪਰਹਾਰੇ ਕਟੇ ਅੰਗ ਭੀ ਮਾਰੈ। ਔਰ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਦੇ ਫੌਜੀਆਂ ਨੂੰ ਵੱਢ ਵੱਢ ਕੇ ਸਿੜ ਦਿੱਤਾ ਹੈ, ਕਈਆਂ ਦੇ ਅੰਗ ਵੱਢ ਕੇ ਸਿੜ ਦਿੱਤਾ ਹੈ। ਜਬ ਲੋ ਗਿਰਿਓ ਨਾ ਅਵਣੀ ਉਪਰ ਤਬ ਲੋ ਖੜਗ ਪਰਹਾਰ। ਜਿੰਨਾ ਚਿਰ ਜੋਧਾ ਸਰੀਰ ਕਰਕੇ ਡਿੱਗਿਆ ਨਹੀਂ, ਉਹਨਾਂ ਚਿਰ ਲੜਾਈ ਕਰਦਾ ਰਿਹਾ, ਭਾਵੇਂ ਕਿ ਇਹਦੇ ਸਰੀਰ ਤੇ ਵੀ ਬਹੁਤ ਜ਼ਖਮ ਹੋਏ, ਕੁਝ ਬਚਿਆ ਵੀ, ਪਰ ਜੋਧੇ ਨੇ ਹਿੰਮਤ ਨਹੀਂ ਹਾਰੀ। ਰੁਪਿਓ ਚੋਹਨ ਦੇਸ਼ ਕੈ ਲਗ ਕਾਟੈ ਬਹੁ ਵੀਰਨ ਮਿਲ ਮਾਰਿਓ। ਔਰ ਹੁਣ ਗੁਰੂ ਪਿਆਰਿਓ ਦੁਸ਼ਮਣ ਦੀ ਗਿਣਤੀ ਬਹੁਤ ਹੈ, ਬਹੁਤ ਵੱਡੇ ਨਾ, ਪਰ ਹੁਣ ਕੀ ਹੋਇਆ, ਪਹਾੜੀਆਂ ਨੇ ਪਿੱਛੋਂ ਆ ਕੇ ਘੇਰਾ ਪਾ ਲਿਆ ਤੇ ਦੁਸ਼ਮਣਾਂ ਦੇ ਵਿੱਚ ਘਿਰ ਗਿਆ। ਜਦੋਂ ਚੰਦ ਮੁਖੀ ਹੂਰਨ ਲੈ ਤਦਸ਼ਿਨ ਬਰ ਬਿਮਾਨ ਮੈਂ ਡਾਰਿਓ। ਔਰ ਚੰਦਰ ਮੁਖੀ ਹੂਰਾਂ ਨੇ ਭਾਵ ਮੌਤ ਨੇ ਵਰ ਲਿਆ ਜੋਧੇ ਨੂੰ, ਔਰ ਬਿਮਾਨ ਤੇ ਚੜਾ ਕੇ ਲੈ ਗਈ, ਭਾਵ ਸਿੰਘ ਸ਼ਹੀਦੀ ਪਾ ਗਿਆ ਲੜਦਾ ਹੋਇਆ। ਦੂਰ ਸੁਭਟ ਇੱਕ ਗੁਰ ਤਨ ਪਹੁੰਚੇ ਸੁਧ ਸੁਨਾਏ ਤਿਨ ਸਾਰੀ। ਔਰ ਦੋ ਫੌਜਾਂ ਨੇ ਭੱਜ ਕੇ ਜਾ ਕੇ ਪ੍ਰੀਤਮ ਦੱਸਿਆ, ਪਾਤਸ਼ਾਹ ਦੇਖੋ ਇਸ ਪਾਸੇ ਉਹ ਜ਼ੋਰ ਪੈ ਰਿਹਾ ਹੈ ਤੇ ਆਪ ਜੀ ਦਾ ਜੋਧਾ ਸਾਹਿਬ ਚੰਦ
ਹਜ਼ਾਰਾਂ ਹੀ ਦੁਸ਼ਮਣਾਂ ਨੂੰ ਵੱਢਦਾ ਹੋਇਆ ਸ਼ਹੀਦੀਆਂ ਪਾ ਗਿਆ। ਸਾਹਿਬ ਚੰਦ ਕਿਰਿਓ ਅਰਗਨ ਮੈਂ ਬਹੁ ਕਰ ਵਾਰ ਪ੍ਰਹਾਰੀ। ਬੜੀ ਤਲਵਾਰ ਚਲਾਈ ਅਸੀਂ ਦੇਖਿਆ ਅੱਖਾਂ ਦੇ ਨਾਲ ਮਹਾਰਾਜ, ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਨੂੰ ਵੱਢਦਾ ਹੋਇਆ ਅਖੀਰ ਚਾਲੇ ਪਾ ਗਿਆ। ਜੀਵਤ ਰਹਿਓ ਨਾ ਜਾਏ ਨਿਕਾਸੋ ਮਰਬਿਓ ਲੋਥ ਤਹਿ ਲੀਜੈ। ਕਿਵੇਂ ਕਰੀਏ ਮਹਾਰਾਜ, ਆਪਾਂ ਜਰਨੈਲ ਹੈ ਆਪਣਾ, ਉਹਦੀ ਲੋਥ ਕਿਵੇਂ ਚੱਕ ਕੇ ਲਿਆਈਏ ਉਹਨਾਂ ਦੁਸ਼ਮਣਾਂ ਦੇ ਵਿੱਚੋਂ। ਨਹੀਂ ਚਲਿਓ ਬਸ ਮਿਣ ਕੇਰਾ ਸੈਨਾ ਬੜੀ ਲਖੀਜੈ। ਔਰ ਫੌਜ ਬਹੁਤ ਹੈ ਮਹਾਰਾਜ, ਅਸੀਂ ਜਰਨੈਲ ਦਾ ਸਰੀਰ ਉੱਥੇ ਛੱਡਣਾ ਨਹੀਂ ਹੈਗਾ, ਕਿਵੇਂ ਕਰੀਏ ਦੱਸੋ। ਸੁਣ ਸਤਿਗੁਰੂ ਨਰਸੋ ਕਹਿ ਭੇਜਾ ਕਹੋ ਅਜੀਤ ਸਿੰਘ ਤਾਈ। ਬਾਦਸ਼ਾਹ ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਹੋ ਚਕਵਾ ਲਿਆਵੇਗਾ। ਸਲਦਾ ਟੜ ਲਗ ਤਕਰੇ ਰਹੀ ਹੈ ਰੁਬਰਿਕ ਦੂਰ ਹਟਾਈ। ਔਰ ਸਰਸਾ ਨਦੀ ਦੇ ਕਿਨਾਰੇ ਤੱਕ ਪਹੁੰਚਦੇ ਦੁਸ਼ਮਣ ਨੂੰ ਦੂਰ ਰੱਖੋ ਔਰ ਜਾਓ ਜੋਧੇ ਦੀ ਲਾਸ਼ ਵੀ ਕੱਢ ਕੇ ਲਿਆਓ। ਹਮ ਕਰ ਜੋਰ ਲੋਤ ਕੋ ਆਨੈ ਸੰਸੈ ਕਰੋ ਨ ਕੋਈ। ਕੋਈ ਨਹੀਂ, ਗੁਰੂ ਕਿਰਪਾ ਕਰਨਗੇ, ਪਰਮੇਸ਼ਰ ਦੇ ਜ਼ੋਰ ਨਾਲ ਆਪਾਂ ਆਪਣੇ ਜਰਨੈਲ ਨੂੰ ਚੱਕ ਲਿਆਵਾਂਗੇ। ਉਹਦੇ ਸਿੰਘ ਆਦਿਕ ਭਟ ਸਕਰੇ ਹਤੋ ਤੁਰ ਕਰੇ ਪਜੋਈ। ਔਰ ਉਦੈ ਸਿੰਘ ਨੂੰ ਨਾਲ ਲੈ ਜਾਓ ਔਰ ਇਹਨਾਂ ਦੁਸ਼ਮਣਾਂ ਨੂੰ ਜਿਹੜਾ ਵੀ ਮੂਹਰੇ ਆਉਂਦਾ ਮਾਰਦੇ ਚੱਲੋ। ਇਮ ਕਲ ਕੀ ਤਰਕੈ ਔਰ ਕਰੋ ਦੇ ਲੇ ਬਜਿੰਦਰ ਸਿੰਘ ਸੰਗਾ। ਔਰ ਉਦੈ ਸਿੰਘ ਦਾ ਭਾਈ ਬਚਿੱਤਰ ਸਿੰਘ ਇਹ ਵੀ ਨਾਲ ਹੈ। ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਨੂੰ ਨਾਲ ਲਿਆ। ਅਪਰ ਸਿੰਘ ਬੀਗਮ ਨੇ ਉਰਸਿਓ ਕਾਸੀ ਦੁਗਲਕ ਤੋਂ ਫੰਗਾ। ਦੋ ਗੋਲੀਆਂ ਵਾਲੀ ਹੀ ਬੰਦੂਕ ਉਦੋਂ ਚੱਲਦੀ ਸੀ, ਦੋ ਨਾਲਾਂ ਵਾਲੀ ਬੰਦੂਕ ਦੁਨਾਲੀ ਉਹਨੂੰ ਕਹਿ ਦਿੰਦੇ ਆ। ਤਾਂ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਬਚਿੱਤਰ ਸਿੰਘ ਤੇ ਕੋ ਸਿੰਘ ਹੋਰ ਹੈ, ਇਹਨਾਂ ਨੇ ਗੋਲੀਆਂ ਭਰੀਆਂ ਹਨ ਬੰਦੂਕਾਂ ਦੇ ਵਿੱਚ। ਲੋਟ ਮਰੀ ਹਰ ਤੁਰਕਨ ਦਰ ਮੈਂ ਢਿਗ ਹੋਏ ਬਾਣ ਚਲਾਏ। ਔਰ ਜਿੱਥੇ ਸਾਹਿਬਜ਼ਾਦ ਚੰਦ ਜੀ ਬੈਠੇ ਡਿੱਗੇ ਪਏ ਸਨ, ਸਰੀਰ ਕਰਕੇ ਲੋਥ ਪਈ ਆ ਉਹਨਾਂ ਦੀ, ਗੁਰੂ ਕੀਆਂ ਫੌਜਾਂ ਨੇ ਉਧਰ ਨੇੜੇ ਜਾ ਕਰਕੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਜੀ। ਤੁਪ ਕਮ ਸ਼ਰਤ ਛੁਟੀ ਇੱਕ ਵਾਰੀ ਹਤੇ ਗਰੇ ਸਮੁਦਾਏ। ਔਰ ਜਦੋਂ ਇੱਥੋਂ ਇਹਨਾਂ ਸਿੰਘਾਂ ਨੇ, ਗੁਰੂ ਸਾਹਿਬ ਨਾਲ ਸੀ, ਸਿੰਘਾਂ ਨੇ ਇੱਕਦਮ ਕਈ ਬੰਦੂਕਾਂ ਚਲਾ ਦਿੱਤੀਆਂ। ਕਹਿੰਦੇ ਛਲਕ ਛੱਡਣੀ 20 25 50। ਜਦੋਂ ਕਈ ਬੰਦੂਕਾਂ ਚਲਾਈਆਂ ਤੇ ਜਿੱਥੇ ਉਹ ਸਿੰਘ ਡਿੱਗਿਆ ਸੀ ਸਾਹਿਬ ਚੰਦ, ਉੱਥੇ ਜਿਹੜੇ ਖੜੇ ਸੀ ਜਿੰਨੇ 20 25 50 ਦੌੜ ਕਰਕੇ ਡਿੱਗ ਪਏ। ਕਾਲਿਓ ਹੀਨ ਪ੍ਰਭੂ ਤਿਸ ਦਲ ਪਰ ਲਸ਼ਕਰ ਪੈ ਬਿਰਦਾਇਓ। ਸਤਿਗੁਰੂ ਲੈ ਕੇ ਫੌਜ ਨੂੰ ਐਸਾ ਹਮਲਾ ਕੀਤਾ ਉਹ ਜਗ੍ਹਾ ਤੇ ਜਾ ਕੇ ਸਤਿਗੁਰਾਂ ਨੇ। ਜਥਾ ਕੀਰੀ ਸਨਮੁਖ ਆਵੇ ਤਿਨ ਪ੍ਰਭ ਕੋ ਦਰਸਾਇਓ। ਔਰ ਸਤਿਗੁਰਾਂ ਦਾ ਆਉਣਾ ਦੁਸ਼ਮਣ ਨੂੰ ਐਦਾਂ ਲੱਗਿਆ ਹੈ ਜਿਵੇਂ ਕੋਈ ਬੱਬਰ ਸ਼ੇਰ ਸਾਡੇ ਵੱਲ ਆ ਰਿਹਾ ਹੋਵੇ। ਤੀਰਨ ਬੇਦੇ ਬਹੁ ਬਹੁ ਵੀਰਨ ਧੀਰਜ ਛਤਰਨ ਤੋਰਾ। ਇੱਕ ਵਾਰੀ ਤਾਂ ਬੰਦੂਕਾਂ ਚਲਾਤੀਆਂ, ਹੁਣ ਬੰਦੂਕਾਂ ਖਾਲੀ ਹੋ ਗਈਆਂ, ਫਿਰ ਕਮਾਨ ਚੱਕ ਲਏ ਤੇ ਮੇਰੇ ਪ੍ਰੀਤਮ ਨੇ ਖਿੱਚ ਕੇ ਤੀਰ ਛੱਡੇ ਦੁਸ਼ਮਣ ਵੱਲ ਤਾਂ ਕਿ ਇਹ ਸਾਹਿਬ ਚੰਦ ਦੀ ਲੋਥ ਤੋਂ ਪਿੱਛੇ ਹਟ ਜਾਣ। ਔਰ ਬਹੁਤ ਸਾਰੀਆਂ ਫੌਜਾਂ ਤੀਰਾਂ ਦੇ ਨਾਲ ਵੀ ਮਾਰ ਦਿੱਤੀਆਂ। ਖੜੇ ਰਹਿਣ ਕੀ ਸ਼ਕਤ ਨ ਹੋਈ ਤਤਸ਼ਨ ਹੀ ਮੁਖ ਮੋਰਾ। ਬਸ ਫੇਰ ਫੌਜਾਂ ਕਿੱਥੇ ਰੁਕ ਸਕਦੀਆਂ ਸਨ। ਪਾਤਸ਼ਾਹ ਤੀਰ ਜਦ ਚੱਲਣ ਲੱਗੇ, 2 3 4 ਫੌਜੀਆਂ ਦੇ ਵਿੱਚ ਦੀ ਲੰਘਦੇ ਐ ਤੇ ਗੁਰੂ ਸਾਹਿਬ ਦਾ ਆਉਣਾ ਦੇਖ ਕੇ ਤੇ ਉਹਨਾਂ ਦੀਆਂ ਫੌਜਾਂ ਪਿੱਛੇ ਹਟਣ ਲੱਗੀਆਂ ਜੀ। ਮਾਰ ਕਰ ਸਿੰਘ ਪੁਕਾਰੇ ਬਿਰਧ ਤੁਰਕ ਸੰਘਾਰੇ। ਔਰ ਸਿੰਘਾਂ ਨੇ ਹੱਲਾ ਵੀ ਕੀਤਾ, ਹਮਲਾ ਵੀ ਕੀਤਾ ਤੇ ਜਕਾਰੇ ਵੀ ਛੱਡਿਆ, ਮਾਰ ਲਓ ਫੜ ਲਓ ਜਾਨ ਨਾ ਦਿਓ। ਕੁਝ ਜਕਾਰੇ ਵੀ ਬੜਾ ਜੋਸ਼ ਦਿੰਦੇ ਆ ਸਿੰਘਾਂ ਨੂੰ। ਇਸ ਤਰ੍ਹਾਂ ਗੁਰੂ ਪਿਆਰਿਓ ਤੁਰਕ ਮਾਰੇ ਵੀ ਤੇ ਭਜਾ ਵੀ ਦਿੱਤੇ। ਜੀਵਤ ਕੇ ਬਿਕ ਮਿਰਦ ਕਨੇਰੇ ਭਾਗਣ ਕੋ ਬਗਦਾਰੇ। ਔਰ ਇਸ ਤਰ੍ਹਾਂ ਜਿਹੜੇ ਜਿਉਂਦੇ ਸੀ ਉਹਨਾਂ ਨੇ ਭੱਜਣ ਵਿੱਚ ਹੀ ਆਪਣਾ ਭਲਾ ਸਮਝਿਆ ਤੇ ਜਿਹੜੇ ਡਿੱਗ ਪਏ ਸੀ ਉਹ ਤਾਂ ਡਿੱਗ ਹੀ ਪਏ। ਗੁਰੜ ਕਰਿਓ ਖਾਲਸਾ ਤਿਤ ਕੋ ਗੁਰ ਕਾ ਤਨ ਹਟਾਏ। ਔਰ ਇਸ ਤਰ੍ਹਾਂ ਗੁਰੂ ਕੀਆਂ ਫੌਜਾਂ ਮਗਰ ਭੱਜਣ ਲੱਗੀਆਂ। ਉਹਨਾਂ ਦੇ ਪਾਤਸ਼ਾਹ ਕਹਿੰਦੇ ਮਗਰ ਨਹੀਂ ਜਾਣਾ, ਕਿਉਂਕਿ ਇਹ ਵੀ ਦੁਸ਼ਮਣ ਦਾ ਇੱਕ ਦਾਅ ਹੁੰਦਾ ਹੈ। ਅਸੀਂ ਭੱਜ ਕੇ ਮਗਰ ਜਾਂਦੇ ਆ ਵੀ ਇਹ ਭੱਜ ਲੇ ਤੇ ਅਗਲਾ ਇੱਕਦਮ ਮੋੜ ਕੇ ਮੂੰਹ ਬਦਲ ਕੇ ਇੱਧਰ ਨੂੰ ਸਾਡੇ ਵੱਲ ਸ਼ਸਤਰ ਚਲਾਉਣਾ ਸ਼ੁਰੂ ਕਰਦੇ। ਫਿਰ ਸਿੰਘਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਮਗਰ ਜਾਣ ਦੀ। ਪਾਤਸ਼ਾਹ ਕਹਿੰਦੇ ਮਗਰ ਨਹੀਂ ਜਾਣਾ, ਰੁਕੋ।
ਚਮਕੇ ਖੜਗ ਬਿਰਦ ਹੀ ਹੱਥਨ ਪਹੁੰਚਤ ਨਿਕਟ ਚਲਾਏ। ਜਿੱਥੋਂ ਤੱਕ ਪਹੁੰਚੇ ਸੀ ਚਲੋ ਉੱਥੇ ਹੀ ਤਲਵਾਰ ਚਲਾਉਣੀ ਸ਼ੁਰੂ ਕੀਤੀ। ਤੁਰਕ ਪਹਾੜੀ ਭਏ ਪਲਾਇਨ ਪਹੁੰਚੇ ਤੁਹ ਲਗ ਜਾਏ। ਔਰ ਇਸ ਤਰ੍ਹਾਂ ਜਿੱਥੋਂ ਤੱਕ ਪਹਾੜੀਏ ਤੁਰਕ ਪਿੱਛੇ ਹਟ ਗਏ, ਭੱਜ ਗਏ, ਗੁਰੂ ਕੀਆਂ ਫੌਜਾਂ ਉੱਥੋਂ ਤੱਕ ਪਹੁੰਚ ਗਈਆਂ। ਮਕਸਦ ਸੀ ਸਾਹਿਬ ਚੰਦ ਦਾ ਸਰੀਰ ਚੱਕ ਕੇ ਲਿਆਉਣਾ, ਤੇ ਉੱਥੋਂ ਦੁਸ਼ਮਣ ਭੱਜ ਗਿਆ ਤੇ ਕੁਝ ਮਾਰਿਆ ਵੱਢਿਆ ਗਿਆ। ਸਾਹਿਬ ਚੰਦ ਮਰਿਓ ਜੈ ਮਾਰਤ ਤਤ ਸਿੰਘ ਲੋਥੀ ਉਠਾਈ। ਔਰ ਸਾਹਿਬ ਚੰਦ ਦੇ ਸਰੀਰ ਨੂੰ ਲੋਥਾਂ ਦੇ ਵਿੱਚੋਂ ਕੱਢਿਆ ਇੱਕ ਸਿੰਘ ਨੇ ਤੇ ਚੱਕ ਲਿਆ। ਬਿਕ ਵਜੀਦ ਖਾਂ ਭਾਜੂ ਲਸ਼ਕਰ ਗਾਰ ਨਕਾਰਤ ਫੇਰੇ। ਔਰ ਵਜੀਦ ਖਾਂ ਆਪਣੀਆਂ ਫੌਜਾਂ ਨੂੰ ਗਾਲਾਂ ਕੱਢੀ ਜਾਂਦਾ ਹੈ, ਲਲਕਾਰੇ ਮਾਰੀ ਜਾਂਦਾ, ਓਏ ਮਰ ਗਏ ਤੁਸੀਂ, ਪਿੱਛੇ ਹਟ ਗਏ, ਕਿਉਂ ਅੱਗੇ ਵੱਧ ਗਏ। ਕਹਾਂ ਪਿਓ ਥਿਰ ਰਹਿਓ ਨ ਕੈਸੇ ਕਹੋ ਨ ਅਲਪ ਰਿਪ ਹੀਰੇ। ਸੋਥੋਂ ਖੜਿਆ ਨਹੀਂ ਜਾਂਦਾ, ਥੋੜੇ ਜੇ ਤਾਂ ਸਿੱਖ ਹੈ ਇਹਨਾਂ ਕੋਲੇ, ਤੁਸੀਂ ਪਿੱਛੇ ਭੱਜੇ ਆਉਣੇ ਹੋ, ਸੋਥੋਂ ਰੁਕਿਆ ਨਹੀਂ ਗਿਆ ਉੱਥੇ। ਲਈ ਲੋਕ ਚਾਲੇ ਨਦੀ ਤੀਰ ਡਾਲੇ। ਔਰ ਗੁਰੂ ਕੀਆਂ ਫੌਜਾਂ ਨੇ ਸਾਹਿਬ ਚੰਦ ਦਾ ਸਰੀਰ ਚੱਕਿਆ ਤੇ ਪਿੱਛੇ ਚੱਲ ਪਏ ਨਦੀ ਵੱਲ ਨੂੰ। ਮਚਿਓ ਜੁਦ ਭਾਰੀ ਮਿਲੇ ਹੈ ਪਹਾੜੀ। ਇਸ ਤਰ੍ਹਾਂ ਗੁਰੂ ਪਿਆਰਿਓ ਉਹਨਾਂ ਨੇ ਫੇਰ ਮਗਰ ਆਉਣਾ ਸ਼ੁਰੂ ਕੀਤਾ। ਭਾਵ ਸਰਸਾ ਨਦੀ ਤੱਕ ਇਹ ਜੰਗ ਚੱਲਦਾ ਰਿਹਾ। ਸਿੰਘ ਪਿਛਲੇ ਪੈਰੀ ਚੱਲਦੇ ਹੋਏ ਜੰਗ ਕਰਦੇ ਹੋਏ ਪਿੱਛੇ ਜਾ ਰਹੇ ਹਨ। ਵਜੀਦਮ ਪਠਾਨਾ ਦਲੰਗ ਫੇਰਿਆਨਾ। ਜਦੋਂ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਸਾਹਿਬ ਦਾ ਸਰੀਰ ਚੱਕ ਲਿਆਏ, ਪਿੱਛੇ ਹਟੇ ਸਰਸਾ ਨਦੀ ਵੱਲ ਨੂੰ, ਤੇ ਵਜੀਦੇ ਨੇ ਫੇਰ ਮਗਰ ਆਉਣਾ ਕੀਤਾ। ਸਭੇ ਆਏ ਰਾਜੇ ਬੜੀ ਲਾਜ ਲਾਜੇ। ਔਰ ਫੇਰ ਗੁਰੂ ਕੀਆਂ ਫੌਜਾਂ ਤੇ ਹਮਲੇ ਕਰਨੇ ਸ਼ੁਰੂ ਕੀਤੇ। ਇਉਂ ਗੁਰੂ ਕੀਆਂ ਫੌਜਾਂ ਲੈ ਕੇ ਸਾਹਿਬ ਚੰਦ ਨੂੰ ਨਦੀ ਵੱਲ ਆ ਰਹੀਆਂ, ਇਹ ਮਗਰ ਆ ਰਹੇ ਨੇ। ਜਿਸ ਸਰਸਾ ਨਦੀ ਤੇ ਪਿਛਲੇ ਦਿਨੀ ਆਪਾਂ ਇਤਿਹਾਸ ਸਰਵਣ ਕੀਤਾ, ਪਰਿਵਾਰ ਦਾ ਵਿਛੋੜਾ ਪਿਆ ਹੈ, ਇਹ ਵਿਚਾਰਾ ਆਪਾਂ ਕੱਲ ਦੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾਕੈ ਸਦਾ ਭਵੇਕ। ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਮੇਰਾ ਆਧਾਰ। ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਕਰੋ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ